ਮੇਰੇ ਦੋ ਭਰਾਵਾਂ ਦੀ ਇੱਕ ਦੁਲਹਨ ਦਾ ਇਹ ਰਾਜ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇਹ ਬਹਾਦਰਪੁਰ ਦੀ ਸੱਚੀ ਕਹਾਣੀ ਹੈ। ਮੇਰਾ ਨਾਮ ਕੋਮਲ ਹੈ। ਮੈਂ ਇੱਕ ਛੋਟੇ ਜਿਹੇ ਪਿੰਡ ਵਿੱਚ ਆਪਣੇ ਮਾਤਾ ਪਿਤਾ ਨਾਲ ਰਹਿੰਦੀ ਸੀ ਅਤੇ ਮੇਰਾ ਬਚਪਨ ਇੱਕ ਡਰਾਵਨੇ ਸੁਪਨੇ ਵਰਗਾ ਸੀ। ਮੇਰੀ ਕਿਸਮਤ ਨੇ ਮੇਰੇ ਨਾਲ ਅਜਿਹੀ ਖੇਡ ਖੇਡੀ ਕਿ ਜ਼ਿੰਦਗੀ ਵਿੱਚ ਅੱਗੇ ਵੱਧ ਕੇ ਵੀ ਮੈਂ ਆਪਣਾ ਅਤੀਤ ਨਹੀਂ ਭੁੱਲ ਸਕੀ। ਮੇਰੇ ਮਾਤਾ ਪਿਤਾ ਕਦੇ ਨਹੀਂ ਚਾਹੁੰਦੇ ਸਨ ਕਿ ਮੇਰੀ ਜ਼ਿੰਦਗੀ ਬਰਬਾਦ ਹੋ ਜਾਵੇ ਅਤੇ ਮੈਂ ਆਪਣੇ ਹੀ ਘਰ ਵਿੱਚ ਕੈਦ ਹੋ ਕੇ ਰਹਾਂ। ਅਸਲ ਵਿੱਚ ਮੇਰੀ ਮਾਂ ਨੇ ਮੈਨੂੰ ਸਾਰਿਆਂ ਤੋਂ ਛੁਪਾ ਕੇ ਮੇਰੀ ਭੂਆ ਦੇ ਘਰ ਭੇਜ ਦਿੱਤਾ। ਉਹਨਾਂ ਦਾ ਕੋਈ ਵੀ ਬੱਚਾ ਨਹੀਂ ਸੀ। ਇਸੇ ਕਰਕੇ ਮੇਰੀ ਭੂਆ ਅਤੇ ਫੁੱਫੜ ਜੀ ਮੈਨੂੰ ਆਪਣੇ ਅਸਲੀ ਬੱਚਿਆਂ ਨਾਲੋਂ ਵੱਧ ਸਮਝਦੇ ਸਨ। ਮੈਨੂੰ ਪੜ੍ਹਾਇਆ ਲਿਖਾਇਆ ਅਤੇ ਆਪਣੇ ਪੈਰਾਂ 'ਤੇ ਖੜਾ ਕੀਤਾ। ਹੁਣ ਮੈਂ ਸ਼ਹਿਰ ਵਿੱਚ ਹੀ ਕੰਪਨੀ ਵਿੱਚ ਕੰਮ ਕਰ ਰਹੀ ਸੀ। ਮੈਂ ਬਹੁਤ ਘੱਟ ਬੋਲਦੀ। ਮੈਨੂੰ ਲੋਕਾਂ ਨਾਲ ਬਹੁਤ ਘੁਲਣਾ ਮਿਲਣਾ ਪਸੰਦ ਨਹੀਂ ਸੀ। ਮੈਂ ਸਵੇਰੇ ਆਪਣੀ ਨੌਕਰੀ 'ਤੇ ਜਾਂਦੀ ਅਤੇ ਸ਼ਾਮ ਨੂੰ ਘਰ ਵਾਪਸ ਆ ਜਾਂਦੀ ਸੀ। ਘਰ ਵਾਪਸ ਆ ਕੇ ਮੇਰੀ ਭੂਆ ਮੈਨੂੰ ਰੋਟੀ ਖਵਾਉਂਦੀ ਅਤੇ ਮੇਰੇ ਲਈ ਚਾਹ ਬਣਾਉਂਦੀ। ਫਿਰ ਅਸੀਂ ਦੋਵੇਂ ਗੱਲਾਂ ਕਰਨ ਲੱਗ ਜਾਂਦੀਆਂ ਤੇ ਗੱਲਾਂ ਕਰਦਿਆਂ ਕਦੋਂ ਸਮਾਂ ਬੀਤ ਜਾਂਦਾ ਪਤਾ ਹੀ ਨਾ ਲੱਗਦਾ। ਫਿਰ ਫੁੱਫੜ ਜੀ ਦੇ ਦਫ਼ਤਰ ਤੋਂ ਘਰ ਆਉਣ ਦਾ ਸਮਾਂ ਹੋ ਜਾਂਦਾ। ਜਦੋਂ ਉਹ ਦਫ਼ਤਰ ਤੋਂ ਘਰ ਆਉਂਦੇ ਤੇ ਮੇਰੇ ਲਈ ਕੁਝ ਨਾ ਕੁਝ ਲੈ ਕੇ ਆਉਂਦੇ ਸੀ। ਪਰ ਜਦੋਂ ਵੀ ਮੈਨੂੰ ਆਪਣਾ ਅਤੀਤ ਯਾਦ ਆਉਂਦਾ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ। ਪਰ ਭੂਆ ਤੇ ਫੁੱਫੜ ਜੀ ਦੇ ਪਿਆਰ ਨੇ ਮੈਨੂੰ ਆਪਣਾ ਅਤੀਤ ਭੁੱਲਣ ਲਈ ਮਜਬੂਰ ਕਰ ਦਿੱਤਾ। ਹੁਣ ਮੈਂ ਆਪਣੀ ਜ਼ਿੰਦਗੀ ਵਿੱਚ ਅੱਗੇ ਵਧ ਰਹੀ ਸੀ। ਇੱਕ ਦਿਨ ਸਾਡੀ ਕੰਪਨੀ ਵਿੱਚ ਨਵਾਂ ਮੈਨੇਜਰ ਆਇਆ। ਉਹ ਬਹੁਤ ਸੋਹਣਾ ਅਤੇ ਚੁਸਤ ਸੀ। ਦਫ਼ਤਰ ਦੀਆਂ ਸਾਰੀਆਂ ਕੁੜੀਆਂ ਉਸ ਦੇ ਅੱਗੇ ਪਿੱਛੇ ਘੁੰਮਦੀਆਂ ਰਹਿੰਦੀਆਂ, ਪਰ ਉਸ ਨੇ ਅੱਖਾਂ ਚੁੱਕ ਕੇ ਕਿਸੇ ਵੱਲ ਨਹੀਂ ਦੇਖਿਆ। ਇੱਕ ਦਿਨ ਮੈਨੂੰ ਕਿਸੇ ਕੰਮ ਲਈ ਮੈਨੇਜਰ ਦੇ ਕੈਬਨ ਵਿੱਚ ਜਾਣਾ ਪਿਆ। ਮੈਂ ਦਰਵਾਜ਼ਾ ਖੜਕਾਇਆ। ਉਸ ਨੇ ਕਿਹਾ, ਕੌਣ ਹੈ? ਅੰਦਰ ਆ ਜਾਓ ਕਿਰਪਾ ਕਰਕੇ। ਮੈਂ ਘਬਰਾ ਗਈ ਤੇ ਕਹਿਣ ਲੱਗੀ, ਸਰ ਮੇਰਾ ਨਾਮ ਕੋਮਲ ਹੈ। ਤੁਸੀਂ ਮੈਨੂੰ ਇਹ ਫਾਈਲ ਦਿੱਤੀ ਹੈ, ਪਰ ਮੈਨੂੰ ਪਿਛਲੇ ਰਿਕਾਰਡ ਦੀ ਸਮਝ ਨਹੀਂ ਆ ਰਹੀ। ਕੀ ਤੁਸੀਂ ਮੇਰੀ ਮਦਦ ਕਰੋਗੇ? ਉਸ ਨੇ ਕਿਹਾ, ਹਾਂ ਕਿਉਂ ਨਹੀਂ, ਮੈਂ ਤੁਹਾਨੂੰ ਸਭ ਸਮਝਾਵਾਂਗਾ। ਫਾਈਲ ਦੇਖ ਕੇ ਉਹ ਮੈਨੂੰ ਕੰਮ ਸਮਝਾਉਣ ਲੱਗੇ ਤਾਂ ਮੈਂ ਉਸ ਨੂੰ ਦੇਖਣ ਲੱਗ ਪਈ। ਮੈਂ ਉਸ ਤੋਂ ਅੱਖਾਂ ਨਹੀਂ ਹਟਾ ਸਕੀ। ਉਹ ਸੱਚਮੁੱਚ ਬਹੁਤ ਸੋਹਣਾ ਸੀ। ਇਸ ਦੌਰਾਨ ਉਸਨੇ ਮੈਨੂੰ ਚੁਟਕੀ ਨਾਲ ਕਿਹਾ, ਹੈਲੋ ਕੋਮਲ, ਤੁਸੀਂ ਕਿਸ ਦੇ ਸੁਪਨਿਆਂ ਵਿੱਚ ਗਵਾਚ ਗਏ ਹੋ? ਮੈਂ ਅਚਾਨਕ ਸੋਚਾਂ ਵਿੱਚੋਂ ਬਾਹਰ ਆ ਗਈ ਅਤੇ ਉਸ ਨੂੰ ਕਹਿਣ ਲੱਗੀ, ਸਰ ਮੈਂ ਸਭ ਸਮਝ ਗਈ ਹਾਂ, ਚਿੰਤਾ ਨਾ ਕਰੋ, ਮੈਂ ਸਾਰਾ ਕੰਮ ਪੂਰਾ ਕਰਾਂਗੀ। ਉਸ ਦਿਨ ਤੋਂ ਹੀ ਮੇਰੇ ਦਿਲ ਨੂੰ ਮੈਨੇਜਰ ਮੋਹਨ ਨਾਲ ਪਿਆਰ ਹੋ ਗਿਆ। ਪਰ ਜਦੋਂ ਵੀ ਮੈਨੂੰ ਆਪਣਾ ਅਤੀਤ ਯਾਦ ਆਉਂਦਾ ਮੈਂ ਡਰ ਜਾਂਦੀ ਸੀ। ਮੈਂ ਆਪਣੀ ਭੂਆ ਨਾਲ ਹਰ ਗੱਲ ਸਾਂਝੀ ਕਰਦੀ ਸੀ। ਮੇਰੇ ਕੋਲ ਉਸ ਤੋਂ ਇਲਾਵਾ ਕੋਈ ਨਹੀਂ ਸੀ, ਇਸੇ ਲਈ ਉਹ ਮੇਰੀ ਚੰਗੀ ਦੋਸਤ ਵੀ ਸੀ। ਜਦੋਂ ਮੈਂ ਉਸ ਨੂੰ ਸਾਰੀ ਗੱਲ ਦੱਸੀ ਤਾਂ ਉਹ ਮੈਨੂੰ ਸਮਝਾਉਣ ਲੱਗੀ, ਇਹ ਹੁਣ ਤੁਹਾਡੀ ਜ਼ਿੰਦਗੀ ਹੈ, ਤੁਸੀਂ ਆਪਣੇ ਅਤੀਤ ਨੂੰ ਭੁੱਲ ਜਾਓ ਅਤੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧੋ। ਪਰ ਮੇਰੇ ਕਦਮ ਡੋਲਦੇ ਰਹਿੰਦੇ ਸਨ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਦਿਨ ਐਵੇਂ ਹੀ ਬੀਤ ਰਹੇ ਸਨ। ਮੋਹਨ ਹੁਣ ਮੇਰੇ ਤੇ ਬਹੁਤ ਭਰੋਸਾ ਕਰਨ ਲੱਗ ਪਿਆ ਸੀ, ਕਿਉਂਕਿ ਮੈਂ ਆਪਣਾ ਕੰਮ ਬਹੁਤ ਇਮਾਨਦਾਰੀ ਨਾਲ ਕਰਦੀ ਸੀ। ਉਹ ਮੇਰੇ ਨਾਲ ਕੰਪਨੀ ਬਾਰੇ ਸਭ ਕੁਝ ਸਾਂਝਾ ਕਰਨ ਲੱਗਾ। ਇੱਕ ਦਿਨ ਮੈਂ ਆਪਣੇ ਕੈਬਨ ਵੱਲ ਜਾ ਰਹੀ ਸੀ। ਮੈਂ ਉਹਨਾਂ ਨੂੰ ਦੇਖ ਕੇ ਦੰਗ ਰਹਿ ਗਈ। ਸ਼ਾਇਦ ਉਹ ਕੁਝ ਸੋਚ ਰਿਹਾ ਸੀ ਤੇ ਮਨ ਹੀ ਮਨ ਮੁਸਕਰਾ ਰਿਹਾ ਸੀ। ਉਸ ਨੂੰ ਦੇਖ ਕੇ ਮੇਰੀਆਂ ਨਜ਼ਰਾਂ ਉਸ 'ਤੇ ਰੁਕ ਗਈਆਂ ਅਤੇ ਮੈਂ ਵੀ ਮੁਸਕਰਾ ਕੇ ਸੋਚਣ ਲੱਗੀ ਕਿ ਕਾਸ਼ ਜਿਵੇਂ ਮੈਂ ਸੋਚਦੀ ਹਾਂ ਅਜਿਹਾ ਹੀ ਹੋਵੇ। ਜੋ ਮੇਰੇ ਦਿਲ ਵਿੱਚ ਹੈ ਉਹੀ ਉਹਨਾਂ ਦੇ ਦਿਲ ਵਿੱਚ ਹੋਵੇ। ਮੈਂ ਉੱਥੇ ਖੜੀ ਖੁਦ ਨਾਲ ਹੀ ਗੱਲਾਂ ਕਰ ਰਹੀ ਸੀ। ਅੱਜ ਭੂਆ ਦੇ ਘਰ ਕੁਝ ਮਹਿਮਾਨ ਆਏ ਹੋਏ ਸਨ। ਫੁੱਫੜ ਜੀ ਨੇ ਆਪਣੇ ਕੁਝ ਦੋਸਤਾਂ ਨੂੰ ਬੁਲਾਇਆ ਸੀ। ਇਸ ਕਰਕੇ ਮੈਂ ਵੀ ਅੱਜ ਦਫ਼ਤਰ ਤੋਂ ਜਲਦੀ ਘਰ ਆ ਗਈ। ਜਦੋਂ ਮੈਂ ਆ ਕੇ ਦੇਖਿਆ ਤਾਂ ਮੇਰਾ ਮੋਬਾਈਲ ਨਹੀਂ ਸੀ। ਭੂਆ ਨੇ ਪੁੱਛਿਆ, ਕੀ ਹੋਇਆ, ਤੂੰ ਪਰੇਸ਼ਾਨ ਕਿਉਂ ਹੈ? ਮੈਂ ਉਸ ਨੂੰ ਦੱਸਿਆ ਕਿ ਮੇਰਾ ਮੋਬਾਈਲ ਨਹੀਂ ਦਿਖ ਰਿਹਾ ਤਾਂ ਉਹਨਾਂ ਨੇ ਕਿਹਾ ਕਿ ਫੋਨ ਕਰਕੇ ਦੇਖ ਲਓ। ਜਦੋਂ ਮੈਂ ਘਰ ਦੇ ਨੰਬਰ ਤੋਂ ਫੋਨ ਕੀਤਾ ਤਾਂ ਕਿਸੇ ਨੇ ਮੇਰਾ ਫੋਨ ਚੁੱਕਿਆ। ਆਵਾਜ਼ ਸੁਣ ਕੇ ਮੇਰਾ ਮਨ ਖੁਸ਼ ਹੋ ਗਿਆ। ਮੈਂ ਕਿਹਾ, ਸਰ ਮੋਹਨ ਨੇ ਦੱਸਿਆ ਕਿ ਮੈਂ ਕਾਹਲੀ ਵਿੱਚ ਆਪਣਾ ਮੋਬਾਈਲ ਉਸਦੇ ਕੈਬਨ ਵਿੱਚ ਛੱਡ ਦਿੱਤਾ ਸੀ। ਉਹ ਕਹਿਣ ਲੱਗਾ ਕਿ ਮੈਂ ਤੁਹਾਡਾ ਮੋਬਾਈਲ ਆਪਣੇ ਕੋਲ ਰੱਖ ਲਿਆ ਹੈ, ਕੱਲ੍ਹ ਨੂੰ ਦਫ਼ਤਰ ਆ ਕੇ ਲੈ ਲੈਣਾ। ਮੈਂ ਕਿਹਾ, ਠੀਕ ਹੈ ਸਰ, ਧੰਨਵਾਦ। ਉਹ ਕਹਿਣ ਲੱਗੇ ਕਿ ਇਸ ਵਿੱਚ ਧੰਨਵਾਦ ਦੀ ਕੋਈ ਗੱਲ ਨਹੀਂ ਹੈ,
ਅਗਲੇ ਦਿਨ ਜਦੋਂ ਮੈਂ ਦਫ਼ਤਰ ਗਈ ਤਾਂ ਸਰ ਦੇ ਕੈਬਨ ਵਿੱਚ ਆਪਣਾ ਮੋਬਾਈਲ ਲੈਣ ਗਈ ਤਾਂ ਮੋਬਾਈਲ ਦੇ ਨਾਲ ਉਸ ਨੇ ਮੇਰੇ ਹੱਥ ਵਿੱਚ ਚਿੱਠੀ ਵੀ ਦਿੱਤੀ। ਮੈਂ ਇਹ ਦੇਖ ਕੇ ਘਬਰਾ ਗਈ ਅਤੇ ਬਿਨਾਂ ਕੁਝ ਕਹੇ ਤੇਜ਼ੀ ਨਾਲ ਉਸ ਦੇ ਕੈਬਨ ਤੋਂ ਬਾਹਰ ਆ ਗਈ। ਬਾਹਰ ਆ ਕੇ ਮੈਂ ਆਪਣੇ ਕੰਮ ਵਿੱਚ ਰੁੱਝ ਗਈ ਅਤੇ ਸੋਚਣ ਲੱਗੀ ਕਿ ਪਤਾ ਨਹੀਂ ਇਸ ਚਿੱਠੀ ਵਿੱਚ ਕੀ ਹੈ ਜੋ ਉਸਨੇ ਮੈਨੂੰ ਦਿੱਤੀ ਹੈ, ਕਿਉਂਕਿ ਸ਼ਾਮ ਹੋ ਗਈ ਸੀ। ਜਦੋਂ ਮੈਂ ਦਫ਼ਤਰ ਤੋਂ ਘਰ ਆਈ ਤਾਂ ਮੈਂ ਪਹਿਲਾਂ ਕਮਰੇ ਵਿੱਚ ਆ ਕੇ ਚਿੱਠੀ ਪੜ੍ਹੀ। ਉਸ ਨੂੰ ਪੜ੍ਹ ਕੇ ਮੈਨੂੰ ਪਸੀਨਾ ਆਉਣ ਲੱਗਾ। ਮੈਂ ਬਹੁਤ ਘਬਰਾ ਗਈ ਸੀ। ਮੋਹਨ ਨੇ ਚਿੱਠੀ 'ਚ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ। ਇੱਕ ਪਾਸੇ ਮੈਂ ਖੁਸ਼ ਸੀ ਕਿ ਇਹ ਜਿਵੇਂ ਮੈਂ ਸੋਚਿਆ ਸੀ ਹੋ ਰਿਹਾ ਸੀ। ਮੋਹਨ ਵੀ ਮੈਨੂੰ ਪਸੰਦ ਕਰਦਾ ਸੀ ਅਤੇ ਦੂਜੇ ਪਾਸੇ ਮੈਂ ਆਪਣੇ ਅਤੀਤ ਤੋਂ ਵੀ ਡਰਦੀ ਸੀ। ਜਦੋਂ ਭੂਆ ਮੇਰੇ ਕੋਲ ਆਈ ਤਾਂ ਉਸਨੇ ਮੇਰੇ ਚਿਹਰੇ 'ਤੇ ਮੁਸੀਬਤ ਦੇਖੀ। ਉਹ ਮੈਨੂੰ ਪੁੱਛਣ ਲੱਗੀ, ਕੋਮਲ ਕੀ ਹੋਇਆ? ਤੁਸੀਂ ਕੁਝ ਦਿਨਾਂ ਤੋਂ ਪਰੇਸ਼ਾਨ ਲੱਗ ਰਹੇ ਹੋ। ਮੈਂ ਉਸ ਨੂੰ ਕਿਹਾ ਕਿ ਮੋਹਨ ਨੇ ਮੈਨੂੰ ਵਿਆਹ ਲਈ ਪ੍ਰਪੋਜ਼ ਕੀਤਾ ਹੈ। ਤਾਂ ਉਹ ਹੱਸਣ ਲੱਗੀ ਅਤੇ ਕਿਹਾ ਕਿ ਇੰਨੀ ਛੋਟੀ ਗੱਲ ਹੈ ਤਾਂ ਤੁਸੀਂ ਘਬਰਾ ਕਿਉਂ ਰਹੇ ਹੋ? ਮੈਂ ਆਪਣੀ ਲਟਕਦੀ ਜ਼ੁਬਾਨ ਨਾਲ ਕਿਹਾ, ਤੁਹਾਨੂੰ ਪਤਾ ਹੈ ਮੈਂ ਵਿਆਹ ਕਿਵੇਂ ਕਰਵਾਉਣਾ ਹੈ। ਉਹ ਮੇਰੀ ਗੱਲ ਨੂੰ ਵਿਚਕਾਰੋਂ ਕੱਢਦੇ ਹੋਏ ਕਹਿਣ ਲੱਗੇ, ਰੱਬ ਨੇ ਤੇਰੀ ਕਿਸਮਤ ਖੋਲ੍ਹ ਦਿੱਤੀ ਹੈ। ਇੰਨੇ ਚੰਗੇ ਮੁੰਡੇ ਦਾ ਰਿਸ਼ਤਾ ਤੇਰੇ ਕੋਲ ਆ ਗਿਆ ਹੈ ਤੇ ਤੂੰ ਨਾ ਕਰ ਰਹੀ ਹੈ। ਮੈਂ ਤੁਹਾਡੇ ਫੁੱਫੜ ਜੀ ਨਾਲ ਗੱਲ ਕਰਾਂਗੀ। ਉਹ ਯਕੀਨੀ ਤੌਰ 'ਤੇ ਇਸ ਰਿਸ਼ਤੇ ਲਈ ਸਹਿਮਤ ਹੋਣਗੇ। ਮੇਰੀ ਭੂਆ ਨੇ ਕਹਿ ਕੇ ਉੱਥੋਂ ਚਲੀ ਗਈ, ਪਰ ਮੈਨੂੰ ਕੁਝ ਸਮਝ ਨਾ ਆਈ। ਇੱਕ ਪਾਸੇ ਮੈਂ ਖੁਦ ਇਸ ਗੱਲ ਦੀ ਉਡੀਕ ਕਰ ਰਹੀ ਸੀ ਕਿ ਮੋਹਨ ਵੀ ਮੈਨੂੰ ਪਸੰਦ ਕਰਦੇ ਹੋਣੇ, ਅਤੇ ਹੁਣ ਜਦੋਂ ਸਭ ਕੁਝ ਮੇਰੀ ਸੋਚ ਅਨੁਸਾਰ ਹੋ ਰਿਹਾ ਸੀ, ਮੇਰਾ ਦਿਲ ਮੰਨਣ ਨੂੰ ਤਿਆਰ ਨਹੀਂ ਸੀ। ਕੁਝ ਦਿਨਾਂ ਬਾਅਦ ਮੋਹਨ ਮੇਰਾ ਹੱਥ ਮੰਗਣ ਮੇਰੇ ਘਰ ਆਇਆ। ਉਸ ਨੇ ਆਪ ਹੀ ਫੁੱਫੜ ਜੀ ਨਾਲ ਸਾਡੇ ਵਿਆਹ ਦੀ ਗੱਲ ਕੀਤੀ। ਕਹਿਣ ਲੱਗੇ ਕਿ ਮੈਂ ਬਹੁਤ ਸ਼ਰਮਿੰਦਾ ਹਾਂ ਕਿ ਮੈਨੂੰ ਖੁਦ ਆਪਣੇ ਵਿਆਹ ਦੀ ਗੱਲ ਕਰਨ ਲਈ ਆਉਣਾ ਪਿਆ, ਪਰ ਮੈਂ ਮਜਬੂਰ ਹਾਂ ਕਿਉਂਕਿ ਮੇਰੇ ਮਾਪੇ ਇੱਥੇ ਨਹੀਂ ਰਹਿੰਦੇ। ਭੂਆ ਅਤੇ ਫੁੱਫੜ ਜੀ ਨੂੰ ਮੋਹਨ ਪਸੰਦ ਆ ਗਿਆ। ਉਹਨਾਂ ਨੇ ਵਿਆਹ ਲਈ ਹਾਂ ਕਹਿ ਦਿੱਤੀ, ਪਰ ਇਹ ਗੱਲ ਅਜੇ ਵੀ ਮੇਰੇ ਦਿਲ ਵਿੱਚ ਕਿਤੇ ਛੁਪੀ ਹੋਈ ਸੀ, ਜਿਸ ਕਾਰਨ ਮੈਂ ਵਿਆਹ ਤੋਂ ਇਨਕਾਰ ਕਰ ਦਿੱਤਾ। ਪਰ ਭੂਆ ਅਤੇ ਫੁੱਫੜ ਜੀ ਨੇ ਮੇਰੀ ਗੱਲ ਨਹੀਂ ਸੁਣੀ ਅਤੇ ਮੈਨੂੰ ਸਮਝਾ ਕੇ ਇਸ ਰਿਸ਼ਤੇ ਲਈ ਤਿਆਰ ਕੀਤਾ। ਹੁਣ ਘਰ ਵਿੱਚ ਵਿਆਹ ਦੀ ਸ਼ਹਿਨਾਈ ਗੂੰਜ ਰਹੀ ਸੀ, ਪਰ ਮੇਰਾ ਦਿਲ ਕੰਬ ਰਿਹਾ ਸੀ। ਮੈਂ ਸੋਚ ਰਹੀ ਸੀ ਕਿ ਕਿਤੇ ਮੇਰਾ ਅਤੀਤ ਮੋਹਨ ਦੇ ਸਾਹਮਣੇ ਆ ਗਿਆ ਤਾਂ ਫਿਰ ਮੈਂ ਵੀ ਵਿਆਹ ਦੀ ਧੂਮ-ਧਾਮ ਵਿੱਚ ਗੁਆਚ ਗਈ ਅਤੇ ਆਪਣੀ ਕਿਸਮਤ ਵਿੱਚ ਲਿਖਿਆ ਪਿਆਰ ਦੇਖ ਕੇ ਸਭ ਕੁਝ ਭੁੱਲ ਗਈ। ਮੋਹਨ ਦੇ ਪਿਆਰ ਨੇ ਮੈਨੂੰ ਆਪਣਾ ਅਤੀਤ ਭੁਲਾ ਦਿੱਤਾ। ਸਾਡੇ ਵਿਆਹ ਦੀ ਤਰੀਕ ਤੈਅ ਹੋ ਗਈ। ਮੇਰੀ ਅਤੇ ਮੋਹਨ ਦੀ ਇਸ ਤਰ੍ਹਾਂ ਅਚਾਨਕ ਵਿਆਹ ਹੋ ਜਾਵੇਗਾ, ਮੈਂ ਇਸ ਬਾਰੇ ਕਦੇ ਸੋਚਿਆ ਵੀ ਨਹੀਂ ਸੀ। ਜਲਦੀ ਹੀ ਮੇਰਾ ਵਿਆਹ ਦਾ ਦਿਨ ਆ ਗਿਆ। ਮੈਂ ਦੁਲਹਨ ਬਣ ਕੇ ਮੋਹਨ ਦੇ ਨਾਲ ਉਸਦੇ ਘਰ ਗਈ। ਇੱਥੇ ਸਭ ਕੁਝ ਮੇਰੇ ਸੁਪਨੇ ਵਰਗਾ ਸੀ। ਇੰਨੇ ਵੱਡੇ ਘਰ ਦੀ ਮਾਲਕਣ ਮੈਂ ਹੀ ਸੀ। ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਸੀ। ਹੁਣ ਮੈਂ ਮੋਹਨ ਦਾ ਘਰ ਸੰਭਾਲਣਾ ਸੀ। ਮੋਹਨ ਵੀ ਮੇਰੇ ਤੇ ਅੰਨਾ ਭਰੋਸਾ ਕਰਦਾ ਸੀ। ਵਿਆਹ ਦੀ ਰਾਤ ਸੀ। ਮੈਂ ਮੋਹਨ ਤੋਂ ਇੱਕ ਵਾਅਦਾ ਲਿਆ ਸੀ ਅਤੇ ਮੋਹਨ ਨੇ ਵੀ ਉਸਦੇ ਸੱਚੇ ਪਿਆਰ ਨਾਲ ਉਸ ਨੇ ਇਹ ਵਾਅਦਾ ਅੰਤ ਤੱਕ ਨਿਭਾਇਆ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰੀ ਜ਼ਿੰਦਗੀ ਵਿੱਚ ਅਜਿਹਾ ਮੋੜ ਆਵੇਗਾ ਕਿ ਮੋਹਨ ਅਤੇ ਮੇਰਾ ਪਿਆਰ ਕਮਜ਼ੋਰ ਹੋ ਜਾਵੇਗਾ। ਮੈਂ ਅਤੇ ਮੋਹਨ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ। ਇੱਕ ਰਾਤ ਜਦੋਂ ਅਸੀਂ ਡਿਨਰ ਕਰ ਰਹੇ ਸੀ ਤਾਂ ਮੋਹਨ ਨੇ ਮੈਨੂੰ ਕਿਹਾ, ਕੋਮਲ, ਕੰਪਨੀ ਤੋਂ ਮੈਨੂੰ 2 ਮਹੀਨੇ ਦੀ ਛੁੱਟੀ ਮਿਲੀ ਹੈ। ਅਸੀਂ ਕਿਤੇ ਘੁੰਮਣ ਜਾਂਦੇ ਹਾਂ। ਮੈਨੂੰ ਦੱਸੋ ਕਿ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ। ਇਹ ਸੁਣ ਕੇ ਮੈਂ ਬਹੁਤ ਖੁਸ਼ ਹੋਈ। ਮੈਂ ਕਿਹਾ, ਮੋਹਨ, ਤੂੰ ਸੱਚ ਬੋਲ ਰਿਹਾ ਹੈ? ਉਸਨੇ ਕਿਹਾ, ਹਾਂ। ਮੈਂ ਕਿਹਾ, ਤਾਂ ਠੀਕ ਹੈ, ਫਿਰ ਅਸੀਂ ਤੁਹਾਡੇ ਮਾਪਿਆਂ ਕੋਲ ਚੱਲਦੇ ਹਾਂ। ਅੱਜ ਤੱਕ ਅਸੀਂ ਉਹਨਾਂ ਨੂੰ ਨਹੀਂ ਮਿਲੇ। ਇਹ ਸੁਣ ਕੇ ਮੋਹਨ ਬਹੁਤ ਖੁਸ਼ ਹੋਇਆ। ਕਹਿਣ ਲੱਗਾ ਕਿ ਤੂੰ ਮੇਰਾ ਦਿਲ ਜਿੱਤ ਲਿਆ ਹੈ। ਉਹਨਾਂ ਨੇ ਮੈਨੂੰ ਦੱਸਿਆ ਕਿ ਉਹ ਪਿੰਡ ਵਿੱਚ ਰਹਿੰਦੇ ਹੈ ਅਤੇ ਉਹ ਬਹੁਤ ਚੰਗੇ ਹੈ। ਮੈਨੂੰ ਪੜ੍ਹਨ ਲਿਖਣ ਦਾ ਬਹੁਤ ਸ਼ੌਂਕ ਸੀ, ਇਸੇ ਲਈ ਉਹਨਾਂ ਨੇ ਮੈਨੂੰ ਬਚਪਨ ਵਿੱਚ ਪੜ੍ਹਨ ਲਈ ਸ਼ਹਿਰ ਭੇਜ ਦਿੱਤਾ। ਮੈਨੂੰ ਵੀ ਬਹੁਤ ਸਮਾਂ ਹੋ ਗਿਆ ਹੈ ਮੈਂ ਉਹਨਾਂ ਨੂੰ ਨਹੀਂ ਮਿਲਿਆ, ਪਰ ਮੈਂ ਉਹਨਾਂ ਨਾਲ ਫੋਨ 'ਤੇ ਗੱਲ ਕਰਦਾ ਹਾਂ। ਮੈਂ ਉਹਨਾਂ ਨੂੰ ਸਾਡੇ ਵਿਆਹ ਬਾਰੇ ਵੀ ਫੋਨ 'ਤੇ ਦੱਸਿਆ ਅਤੇ ਉਹ ਸੁਣ ਕੇ ਬਹੁਤ ਖੁਸ਼ ਹੋਏ ਅਤੇ ਹੁਣ ਉਹ ਸਾਨੂੰ ਦੋਹਾਂ ਨੂੰ ਦੇਖ ਕੇ ਖੁਸ਼ ਹੋਣਗੇ। ਮੈਂ ਪੈਕਿੰਗ ਸ਼ੁਰੂ ਕਰ ਦਿੱਤੀ ਅਤੇ ਮੋਹਨ ਨੇ ਟ੍ਰੇਨ ਦੀਆਂ ਟਿਕਟਾਂ ਕਰਵਾ ਦਿੱਤੀਆਂ। ਅਗਲੇ ਦਿਨ ਜਦੋਂ ਮੈਂ ਜਾਗੀ ਤਾਂ ਕਿਸੇ ਨੇ ਦਰਵਾਜ਼ਾ ਖੜਕਾਇਆ। ਮੈਂ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਬਾਹਰ ਇੱਕ ਆਦਮੀ ਖੜਾ ਸੀ। ਉਸਨੇ ਮੈਨੂੰ ਦੱਸਿਆ ਕਿ ਟਿਕਟ ਹੈ, ਮੋਹਨ ਸਰ ਨੇ ਭੇਜੀ ਹੈ।
ਮੈਂ ਉਹ ਟਿਕਟ ਲੈ ਕੇ ਅੰਦਰ ਆ ਗਈ। ਜਦੋਂ ਮੈਂ ਉਹ ਟਿਕਟ ਵੇਖੀ ਤਾਂ ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ। ਮੈਨੂੰ ਬਹੁਤ ਘਬਰਾਹਟ ਹੋਣ ਲੱਗੀ। ਮੋਹਨ ਇੰਨੀ ਦੇਰ ਵਿੱਚ ਆ ਗਿਆ। ਉਸਨੇ ਮੇਰੇ ਵੱਲ ਦੇਖਿਆ ਅਤੇ ਪੁੱਛਿਆ ਕਿ ਕੋਮਲ ਕਿੱਥੇ ਗੁੰਮ ਹੋ ਗਈ ਸੀ, ਸਭ ਕੁਝ ਠੀਕ ਹੈ? ਮੈਂ ਉਸਨੂੰ ਕਿਹਾ ਕਿ ਹਾਂ, ਸਭ ਠੀਕ ਹੈ। ਆਪਣੇ ਚਿਹਰੇ ਤੋਂ ਪਸੀਨਾ ਪੂੰਝਦਿਆਂ ਮੈਂ ਉਸਨੂੰ ਕਿਹਾ, ਮੋਹਨ, ਅਸੀਂ ਕੁਝ ਦਿਨਾਂ ਬਾਅਦ ਨਹੀਂ ਚੱਲ ਸਕਦੇ। ਮੈਂ ਇਸ ਸਮੇਂ ਠੀਕ ਮਹਿਸੂਸ ਨਹੀਂ ਕਰ ਰਹੀ ਹਾਂ। ਮੋਹਨ ਮੇਰੇ ਲਈ ਫਿਕਰਮੰਦ ਹੋ ਗਿਆ ਅਤੇ ਮੈਨੂੰ ਆਖਣ ਲੱਗਾ, ਆਪਾਂ ਡਾਕਟਰ ਕੋਲ ਚੱਲੀਏ? ਮੈਂ ਕਿਹਾ ਨਹੀਂ, ਬਸ ਥੋੜੀ ਥਕਾਵਟ ਮਹਿਸੂਸ ਹੋ ਰਹੀ ਹੈ। ਜੇਕਰ ਮੈਂ ਆਰਾਮ ਕਰਾਂਗੀ ਤਾਂ ਮੈਂ ਠੀਕ ਹੋ ਜਾਵਾਂਗੀ। ਮੋਹਨ ਨੇ ਮੇਰੇ ਲਈ ਚਾਹ ਬਣਾ ਕੇ ਦਵਾਈ ਦਿੱਤੀ। ਮੈਂ ਆਪਣੇ ਕਮਰੇ ਵਿੱਚ ਜਾ ਕੇ ਆਰਾਮ ਕਰਨ ਲੱਗੀ। ਮੈਂ ਸੋਚਾਂ ਵਿੱਚ ਗੁਆਚ ਗਈ। ਮੇਰੇ ਮਨ ਵਿੱਚ ਹਜ਼ਾਰਾਂ ਸਵਾਲ ਚੱਲ ਰਹੇ ਸਨ। ਜਦੋਂ ਮੈਂ ਭੂਆ ਦਾ ਨੰਬਰ ਡਾਇਲ ਕੀਤਾ ਤਾਂ ਭੂਆ ਦਾ ਨੰਬਰ ਵੀ ਨਹੀਂ ਲੱਗ ਰਿਹਾ ਸੀ। ਮੈਂ ਹੁਣ ਮੋਹਨ ਨੂੰ ਕਿਵੇਂ ਇਨਕਾਰ ਕਰਾਂਗੀ? ਆਖਿਰ ਮੈਂ ਹੀ ਉਸ ਨੂੰ ਕਿਹਾ ਸੀ ਕਿ ਅਸੀਂ ਤੁਹਾਡੇ ਮਾਤਾ ਪਿਤਾ ਨੂੰ ਮਿਲਣ ਜਾ ਰਹੇ ਹਾਂ। ਫਿਰ ਮੈਂ ਸੋਚਿਆ ਕਿ ਸ਼ਾਇਦ ਕੁਝ ਵੀ ਅਜਿਹਾ ਨਹੀਂ ਹੈ ਜਿਵੇਂ ਮੈਂ ਸੋਚ ਰਹੀ ਹਾਂ। ਇਹ ਸਭ ਮੇਰਾ ਭਰਮ ਹੈ। ਮੈਂ ਜਾਣ ਲਈ ਪੈਕਿੰਗ ਸ਼ੁਰੂ ਕਰ ਦਿੱਤੀ। ਮੋਹਨ ਬਹੁਤ ਖੁਸ਼ ਸੀ, ਪਰ ਮੇਰਾ ਦਿਲ ਪੂਰੇ ਰਸਤੇ ਦੁਖੀ ਸੀ। ਸਮਝ ਨਹੀਂ ਆ ਰਹੀ ਸੀ ਕਿ ਮੋਹਨ ਨੂੰ ਕਿਵੇਂ ਦੱਸਾਂ ਇਹ ਰੇਲ ਸਫ਼ਰ ਮੈਨੂੰ ਕਿਸ ਮੰਜ਼ਿਲ ਤੱਕ ਲੈ ਜਾਵੇਗਾ। ਮੈਨੂੰ ਨਹੀਂ ਪਤਾ ਸੀ ਹੁਣ ਇਹ ਸਫ਼ਰ ਕਿੱਥੇ ਖਤਮ ਹੋਵੇਗਾ। ਜਿਵੇਂ ਹੀ ਟ੍ਰੇਨ ਰੁਕੀ ਅਤੇ ਅਸੀਂ ਟ੍ਰੇਨ ਤੋਂ ਹੇਠਾਂ ਉਤਰੇ ਤਾਂ ਮੇਰੀਆਂ ਅੱਖਾਂ ਵਿੱਚ ਹਨੇਰਾ ਆ ਗਿਆ ਅਤੇ ਮੈਨੂੰ ਚੱਕਰ ਆਉਣੇ ਸ਼ੁਰੂ ਹੋ ਗਏ। ਮੋਹਨ ਨੇ ਮੈਨੂੰ ਸੰਭਾਲਿਆ ਅਤੇ ਸਟੇਸ਼ਨ ਤੇ ਬਿਠਾ ਦਿੱਤੀ। ਉਸਨੇ ਮੈਨੂੰ ਜੂਸ ਪਿਲਾ ਦਿੱਤਾ ਅਤੇ ਕਹਿਣ ਲੱਗੇ ਕਿ ਤੁਸੀਂ ਠੀਕ ਹੀ ਬੋਲ ਰਹੇ ਸੀ, ਤੁਹਾਡੀ ਵਾਕਿਆ ਹੀ ਤਬੀਅਤ ਠੀਕ ਨਹੀਂ ਸੀ। ਮੈਨੂੰ ਤੁਹਾਡੀ ਗੱਲ ਸੁਣਨੀ ਚਾਹੀਦੀ ਸੀ ਅਤੇ ਕੁਝ ਦਿਨ ਰੁਕਣਾ ਚਾਹੀਦਾ ਸੀ, ਪਰ ਫਿਰ ਮੈਨੂੰ ਛੁੱਟੀ ਨਹੀਂ ਮਿਲਣੀ ਸੀ। ਮੈਂ ਕਿਹਾ, ਅਜੀ ਕੋਈ ਗੱਲ ਨਹੀਂ ਹੈ, ਮੈਂ ਠੀਕ ਹਾਂ। ਮੈਂ ਆਪਣੇ ਆਪ ਨੂੰ ਸਮਝਾਇਆ ਅਤੇ ਮੈਂ ਤੇ ਮੋਹਨ ਸਟੇਸ਼ਨ ਤੋਂ ਪਿੰਡ ਵੱਲ ਤੁਰ ਪਏ। ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ, ਜਿਵੇਂ ਮੇਰੇ ਕਦਮ ਅੱਗੇ ਵਧਣ ਲਈ ਤਿਆਰ ਨਾ ਹੋਣ। ਜਿਵੇਂ-ਜਿਵੇਂ ਅਸੀਂ ਮੋਹਨ ਦੇ ਘਰ ਵੱਲ ਵੱਧ ਰਹੇ ਸੀ, ਮੇਰਾ ਦਿਲ ਬਹੁਤ ਬੇਚੈਨ ਹੋ ਰਿਹਾ ਸੀ। ਜਿਉਂ ਹੀ ਅਸੀਂ ਮੋਹਨ ਦੇ ਘਰ ਦੇ ਦਰਵਾਜ਼ੇ ਕੋਲ ਪਹੁੰਚੇ ਤਾਂ ਡਰ ਕਾਰਨ ਮੈਨੂੰ ਪਸੀਨਾ ਆਉਣ ਲੱਗਾ। ਪਤਾ ਨਹੀਂ ਮੇਰੀ ਕਿਸਮਤ ਮੇਰੇ ਨਾਲ ਕੀ ਖੇਡ ਖੇਡ ਰਹੀ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਜਿਵੇਂ ਹੀ ਘਰ ਦਾ ਦਰਵਾਜ਼ਾ ਖੋਲ੍ਹਿਆ, ਮੇਰੇ ਰੋਂਗਟੇ ਖੜੇ ਹੋ ਗਏ। ਅੰਦਰ ਇੱਕ ਬਜ਼ੁਰਗ ਸੀ। ਉਹ ਮੋਹਨ ਦੇ ਪਿਤਾ ਸਨ। ਮੈਂ ਝੱਟ ਮੂੰਹ ਢੱਕ ਲਿਆ ਅਤੇ ਖੰਘਣ ਦਾ ਦਿਖਾਵਾ ਕਰਨ ਲੱਗੀ। ਮੋਹਨ ਨੇ ਮੈਨੂੰ ਪੁੱਛਿਆ, ਕੀ ਹੋਇਆ? ਮੈਂ ਕਿਹਾ, ਕੁਝ ਨਹੀਂ। ਅਸਲ ਵਿੱਚ ਮੈਨੂੰ ਬਚਪਨ ਤੋਂ ਹੀ ਧੂੜ ਅਤੇ ਮਿੱਟੀ ਤੋਂ ਐਲਰਜੀ ਹੈ ਅਤੇ ਪਿੰਡ ਵਿੱਚ ਬਹੁਤ ਸਾਰੀ ਧੂੜ ਮਿੱਟੀ ਹੈ, ਇਸ ਲਈ ਮੈਨੂੰ ਇੱਥੇ ਆਪਣਾ ਚਿਹਰਾ ਢੱਕ ਕੇ ਰੱਖਣਾ ਪਵੇਗਾ। ਮੋਹਨ ਨੇ ਕਿਹਾ, ਠੀਕ ਹੈ, ਅੰਦਰ ਆ ਜਾਓ। ਮੋਹਨ ਆਪਣੇ ਪਿਤਾ ਨੂੰ ਮਿਲ ਕੇ ਬਹੁਤ ਖੁਸ਼ ਹੋਏ। ਉਹਨਾਂ ਨੇ ਉਸ ਨੂੰ ਜੱਫੀ ਪਾ ਕੇ ਪਿਆਰ ਕੀਤਾ। ਅੰਦਰ ਇੱਕ ਬਜ਼ੁਰਗ ਔਰਤ ਸੀ ਜੋ ਮੋਹਨ ਦੀ ਮਾਂ ਸੀ। ਮੈਂ ਉਸ ਨੂੰ ਦੇਖ ਕੇ ਵੀ ਦੰਗ ਰਹਿ ਗਈ। ਮੈਂ ਆਪਣਾ ਚਿਹਰਾ ਹੋਰ ਕੱਸ ਕੇ ਢੱਕ ਲਿਆ। ਮੋਹਨ ਨੇ ਸਭ ਨੂੰ ਮੇਰੀ ਐਲਰਜੀ ਬਾਰੇ ਦੱਸਿਆ। ਮੋਹਨ ਦੀ ਭੈਣ ਮੇਰੇ ਵੱਲ ਹੈਰਾਨੀ ਨਾਲ ਦੇਖ ਰਹੀ ਸੀ ਅਤੇ ਮੈਨੂੰ ਅਜੀਬ ਤਰੀਕੇ ਨਾਲ ਕਹਿਣ ਲੱਗੀ ਕਿ ਭਾਬੀ ਤਾਂ ਬਹੁਤ ਖੂਬਸੂਰਤ ਹੈ, ਇਸ ਲਈ ਉਹ ਸਾਨੂੰ ਆਪਣਾ ਮੂੰਹ ਨਹੀਂ ਦਿਖਾਉਣਾ ਚਾਹੁੰਦੀ। ਇਸ ਗੱਲ ਤੇ ਸਾਰੇ ਹੱਸਣ ਲੱਗੇ। ਫਿਰ ਉਹ ਕਹਿਣ ਲੱਗੀ ਕਿ ਮੈਂ ਮਜ਼ਾਕ ਕਰ ਰਹੀ ਸੀ। ਫਿਰ ਅਸੀਂ ਸਾਰਿਆਂ ਨੇ ਇਕੱਠੇ ਡਿਨਰ ਕੀਤਾ। ਮੋਹਨ 20 ਸਾਲਾਂ ਬਾਅਦ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਬਹੁਤ ਖੁਸ਼ ਸੀ, ਪਰ ਮੈਂ ਘਬਰਾ ਕੇ ਬੈਠੀ ਹੋਈ ਸੀ। ਖਾਣੇ ਦੇ ਮੇਜ਼ ਤੇ ਹਰ ਕੋਈ ਹਾਸੀ ਮਜ਼ਾਕ ਕਰ ਰਿਹਾ ਸੀ। ਇਸ ਦੌਰਾਨ ਮੋਹਨ ਨੇ ਪੁੱਛਿਆ ਕਿ ਅਮਨ ਕਿੱਥੇ ਹੈ? ਜਦੋਂ ਤੋਂ ਮੈਂ ਆਇਆ ਹਾਂ ਮੈਂ ਉਸ ਨੂੰ ਨਹੀਂ ਦੇਖਿਆ। ਇਹ ਸੁਣ ਕੇ ਮੈਂ ਹੈਰਾਨ ਰਹਿ ਗਈ ਅਤੇ ਖਾਣੇ ਦੀ ਪਲੇਟ ਮੇਰੇ ਹੱਥੋਂ ਤਿਲਕ ਕੇ ਡਿੱਗ ਪਈ। ਮੋਹਨ ਦੀ ਭੈਣ ਮੈਨੂੰ ਦੇਖ ਕੇ ਬੋਲੀ, ਲੱਗਦਾ ਹੈ ਭਾਬੀ ਆਪਣੇ ਦਿਓਰ ਦਾ ਨਾਂ ਸੁਣ ਕੇ ਹੈਰਾਨ ਹੋ ਗਈ। ਮੋਹਨ ਦੀ ਮਾਂ ਕਹਿਣ ਲੱਗੀ ਕਿ ਬਸ ਕਰ ਰੀਮਾ, ਜਦੋਂ ਤੋਂ ਤੇਰੀ ਭਾਬੀ ਆਈ ਹੈ ਤੂੰ ਉਸ ਦੇ ਪਿੱਛੇ ਹੀ ਪੈ ਗਈ ਹੈ। ਉਹ ਕਹਿਣ ਲੱਗੀ, ਮਾਂ ਮੈਂ ਤਾਂ ਸਿਰਫ ਮਜ਼ਾਕ ਕਰ ਰਹੀ ਸੀ। ਮੋਹਨ ਦੇ ਪਿਤਾ ਨੇ ਦੱਸਿਆ ਕਿ ਅਮਨ ਕਿਸੇ ਕੰਮ ਲਈ ਪਿੰਡ ਤੋਂ ਬਾਹਰ ਗਿਆ ਹੋਇਆ ਹੈ। ਉਸ ਦਾ ਵੀ ਵਿਆਹ ਹੋ ਗਿਆ ਹੈ। ਉਹ ਕੁਝ ਦਿਨਾਂ ਵਿੱਚ ਵਾਪਸ ਆ ਜਾਵੇਗਾ। ਉਹ ਆਪਣੀ ਪਤਨੀ ਨੂੰ ਵੀ ਆਪਣੇ ਨਾਲ ਲੈ ਕੇ ਗਿਆ ਹੈ ਤਾਂ ਜੋ ਉਸ ਦੀ ਵੀ ਥੋੜੀ ਸੈਰ ਹੋ ਜਾਵੇ। ਖਾਣਾ ਖਾਣ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਆ ਗਈ ਅਤੇ ਆਪਣੇ ਚਿਹਰੇ ਤੋਂ ਮਾਸਕ ਹਟਾ ਦਿੱਤਾ। ਮੈਂ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਣ ਲੱਗੀ। ਮੇਰੇ ਮਨ ਵਿੱਚ ਕਈ ਸਵਾਲ ਆ ਰਹੇ ਸਨ। ਮੇਰੇ ਅੰਦਰ ਅਜੀਬ ਜਿਹੀ ਬੇਚੈਨੀ ਸੀ। ਇਸੇ ਦੌਰਾਨ ਕਿਸੇ ਨੇ ਦਰਵਾਜ਼ਾ ਖੜਕਾਇਆ। ਮੈਂ ਜਲਦੀ ਹੀ ਆਪਣਾ ਮਾਸਕ ਪਾ ਲਿਆ। ਮੋਹਨ ਦਰਵਾਜ਼ੇ ਤੇ ਸੀ।
ਉਹ ਮੈਨੂੰ ਆਪਣੇ ਪਰਿਵਾਰਕ ਮੈਂਬਰਾਂ ਬਾਰੇ ਦੱਸਣ ਲੱਗਾ। ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਬਹੁਤ ਖੁਸ਼ ਨਜ਼ਰ ਆ ਰਿਹਾ ਸੀ। ਪਤਾ ਨਹੀਂ ਮੇਰੀ ਤਕਦੀਰ ਵਿੱਚ ਕੀ ਲਿਖਿਆ ਸੀ। ਮੈਂ ਉਸ ਨੂੰ ਕੁਝ ਦੱਸ ਵੀ ਨਹੀਂ ਸਕਦੀ ਸੀ ਕਿਉਂਕਿ ਮੈਨੂੰ ਮੋਹਨ ਨੂੰ ਗਵਾਉਣ ਦਾ ਡਰ ਸੀ। ਮੈਂ ਸੋਚ ਰਹੀ ਸੀ ਕਿ ਮੋਹਨ ਸਭ ਕੁਝ ਜਾਣ ਕੇ ਮੈਨੂੰ ਛੱਡ ਨਾ ਦੇਵੇ। ਮੈਂ ਜ਼ਿਆਦਾਤਰ ਆਪਣੇ ਕਮਰੇ ਵਿੱਚ ਹੀ ਰਹਿੰਦੀ ਸੀ ਤੇ ਸਾਰਿਆਂ ਨੂੰ ਖੰਘ ਕੇ ਦਿਖਾਉਂਦੀ ਸੀ ਤਾਂ ਜੋ ਕੋਈ ਮੇਰਾ ਚਿਹਰਾ ਦੇਖਣ ਦੀ ਖੇਚਲ ਨਾ ਕਰੇ। ਅਮਨ ਨੇ ਵੀ ਅੱਜ ਵਾਪਸ ਆਉਣਾ ਸੀ। ਇਹ ਸੋਚ ਕੇ ਮੇਰਾ ਦਿਲ ਧੜਕ ਰਿਹਾ ਸੀ। ਮੈਂ ਆਪਣੇ ਡਰਾਉਣੇ ਅਤੀਤ ਦੇ ਸਦਮੇ ਵਿੱਚ ਸੀ। ਮੇਰਾ ਦਿਲ ਉਲਝਣ ਵਿੱਚ ਸੀ। ਪਰ ਜਦੋਂ ਤੋਂ ਮੈਂ ਇਸ ਘਰ ਵਿੱਚ ਆਈ ਸੀ ਮੈਨੂੰ ਆਪਣੀ ਨਣਦ ਦਾ ਵਰਤਾਵਾ ਬੜਾ ਅਜੀਬ ਲੱਗ ਰਿਹਾ ਸੀ। ਉਹ ਹਮੇਸ਼ਾ ਮੈਨੂੰ ਕੁਝ ਨਾ ਕੁਝ ਕਹਿੰਦੀ ਰਹਿੰਦੀ ਸੀ ਅਤੇ ਫਿਰ ਮਜ਼ਾਕ ਦਾ ਬਹਾਨਾ ਬਣਾਉਂਦੀ ਸੀ। ਜਦੋਂ ਅਮਨ ਦੇ ਆਉਣ ਦਾ ਸਮਾਂ ਹੋਇਆ ਤਾਂ ਮੈਂ ਬੁਖਾਰ ਦੇ ਬਹਾਨੇ ਕੰਬਲ ਨਾਲ ਆਪਣੇ ਆਪ ਨੂੰ ਢੱਕ ਕੇ ਆਪਣੇ ਕਮਰੇ ਵਿੱਚ ਲੇਟ ਗਈ। ਹਰ ਕੋਈ ਬਹੁਤ ਖੁਸ਼ ਸੀ। ਅਮਨ ਅਤੇ ਉਸ ਦੀ ਪਤਨੀ ਘਰ ਆ ਗਈ ਸੀ। ਮੋਹਨ ਨੇ ਮੇਰੇ ਬਾਰੇ ਸਭ ਨੂੰ ਦੱਸਿਆ। ਉਹ ਅਤੇ ਉਸ ਦੀ ਪਤਨੀ ਮੇਰੇ ਕਮਰੇ ਵਿੱਚ ਆਏ ਪਰ ਮੈਂ ਆਪਣੇ ਆਪ ਨੂੰ ਕੰਬਲ ਨਾਲ ਢੱਕ ਕੇ ਰੱਖਿਆ ਤੇ ਸੌਣ ਦਾ ਬਹਾਨਾ ਕਰਨ ਲੱਗੀ। ਮੋਹਨ ਨੇ ਕਿਹਾ ਉਹਨਾਂ ਦੀ ਸਿਹਤ ਬਹੁਤ ਖਰਾਬ ਹੈ, ਕੱਲ ਮੈਂ ਉਸ ਨੂੰ ਡਾਕਟਰ ਕੋਲ ਲੈ ਕੇ ਜਾਵਾਂਗਾ। ਅਮਨ ਨੇ ਕਿਹਾ ਕਿ ਕੋਈ ਗੱਲ ਨਹੀਂ, ਤੁਸੀਂ ਭਾਬੀ ਨੂੰ ਆਰਾਮ ਕਰਨ ਦਿਓ, ਅਸੀਂ ਭਾਬੀ ਨੂੰ ਬਾਅਦ ਵਿੱਚ ਮਿਲਾਂਗੇ। ਕਿਵੇਂ ਨਾ ਕਿਵੇਂ ਮੈਂ ਆਪਣੇ ਚਿਹਰੇ ਤੇ ਮਾਸਕ ਪਾ ਕੇ ਇੱਥੇ ਰਹਿ ਰਹੀ ਸੀ ਪਰ ਮੈਂ ਅਮਨ ਦੇ ਸਾਹਮਣੇ ਆਉਣ ਤੋਂ ਡਰਦੀ ਸੀ। ਜਦੋਂ ਉਹ ਘਰ ਵਿੱਚ ਨਹੀਂ ਹੁੰਦਾ ਸੀ ਤਾਂ ਮੈਂ ਆਪਣਾ ਮੂੰਹ ਢੱਕ ਕੇ ਸਾਰੇ ਪਰਿਵਾਰਕ ਮੈਂਬਰਾਂ ਕੋਲ ਰਹਿੰਦੀ ਸੀ। ਪਰ ਉਸ ਦੇ ਆਉਣ ਤੋਂ ਪਹਿਲਾਂ ਮੈਂ ਆਪਣੇ ਕਮਰੇ ਵਿੱਚ ਚਲੀ ਜਾਂਦੀ ਸੀ। ਇੱਕ ਦਿਨ ਮੈਂ ਆਪਣੇ ਕਮਰੇ ਵਿੱਚ ਬੈਠੀ ਆਪਣੀ ਜ਼ਿੰਦਗੀ ਦੇ ਖਤਰਨਾਕ ਅਤੀਤ ਬਾਰੇ ਸੋਚ ਰਹੀ ਸੀ ਪਰ ਦੂਜੇ ਪਾਸੇ ਮੈਂ ਸੋਚ ਰਹੀ ਸੀ ਕਿ ਅਮਨ ਦੀ ਪਤਨੀ ਕਿੰਨੀ ਸੋਹਣੀ ਹੈ ਤੇ ਉਸ ਦੀਆਂ ਆਦਤਾਂ ਵੀ ਬਹੁਤ ਚੰਗੀਆਂ ਹਨ। ਅਚਾਨਕ ਮੇਰੀ ਨਣਦ ਮੇਰੇ ਕਮਰੇ ਵਿੱਚ ਆ ਗਈ। ਮੈਂ ਜਲਦੀ ਨਾਲ ਆਪਣਾ ਚਿਹਰਾ ਛੁਪਾਇਆ ਅਤੇ ਖੰਘਣ ਲੱਗੀ। ਉਹ ਕਹਿਣ ਲੱਗੀ ਕਿ ਤੈਨੂੰ ਡਰ ਲੱਗਦਾ ਹੈ ਕਿ ਅਮਨ ਭਰਾ ਦੀ ਘਰਵਾਲੀ ਤੇਰੇ ਨਾਲੋਂ ਵੱਧ ਸੋਹਣੀ ਹੈ, ਇਸ ਲਈ ਤੁਸੀਂ ਸ਼ਾਇਦ ਆਪਣਾ ਚਿਹਰਾ ਨਹੀਂ ਦਿਖਾਉਂਦੇ। ਪਤਾ ਨਹੀਂ ਕਿਉਂ ਉਹ ਮੇਰੇ ਨਾਲ ਇਸ ਤਰ੍ਹਾਂ ਗੱਲ ਕਰਦੀ ਸੀ। ਮੈਂ ਕਿਹਾ ਨਹੀਂ, ਅਜਿਹਾ ਕੋਈ ਗੱਲ ਨਹੀਂ ਹੈ। ਕੁਝ ਦਿਨ ਵਿੱਚ ਮੇਰੀ ਦਵਾਈ ਦਾ ਕੋਰਸ ਪੂਰਾ ਹੋ ਜਾਵੇਗਾ ਅਤੇ ਮੇਰੀ ਅਲਰਜੀ ਖਤਮ ਹੋ ਜਾਵੇਗੀ। ਫਿਰ ਮੈਂ ਆਪਣਾ ਮੂੰਹ ਢੱਕਣਾ ਬੰਦ ਕਰ ਦੇਵਾਂਗੀ। ਫਿਲਹਾਲ ਮੈਂ ਉਸ ਨੂੰ ਇਹ ਕਹਿ ਕੇ ਟਾਲ ਦਿੱਤਾ ਪਰ ਉਸ ਦੀਆਂ ਗੱਲਾਂ ਨੇ ਮੈਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਸੀ। ਮੈਂ ਸੋਚ ਰਹੀ ਸੀ ਕਿ ਉਸ ਨੂੰ ਮੇਰੀ ਸੱਚਾਈ ਦਾ ਪਤਾ ਤਾਂ ਨਹੀਂ ਲੱਗ ਗਿਆ। ਇਸੇ ਦੌਰਾਨ ਮੋਹਨ ਆ ਗਏ ਅਤੇ ਮੈਨੂੰ ਪੁੱਛਣ ਲੱਗੇ, ਹੁਣ ਤੁਹਾਡੀ ਸਿਹਤ ਕਿਵੇਂ ਹੈ? ਮੈਂ ਕਿਹਾ ਹੁਣ ਠੀਕ ਹੈ, ਕੁਝ ਦਿਨਾਂ ਦੀ ਗੱਲ ਹੈ, ਫਿਰ ਮੇਰੀ ਅਲਰਜੀ ਠੀਕ ਹੋ ਜਾਵੇਗੀ। ਉਹ ਮੈਨੂੰ ਬਹੁਤ ਪਿਆਰ ਕਰਦੇ ਸੀ, ਇਸੇ ਲਈ ਉਹ ਮੇਰੀ ਹਰ ਗੱਲ ਨੂੰ ਅੱਖਾਂ ਬੰਦ ਕਰਕੇ ਮੰਨ ਲੈਂਦੇ ਸਨ। ਮੋਹਨ ਮੈਨੂੰ ਕਹਿਣ ਲੱਗੇ, ਅਮਨ ਮੈਨੂੰ ਸ਼ਿਕਾਇਤ ਕਰ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਤੁਸੀਂ ਬਹੁਤ ਅਜੀਬ ਹੋ। ਤੁਸੀਂ ਆਪਣੀ ਪਤਨੀ ਨੂੰ ਮੇਰੇ ਨਾਲ ਅਜੇ ਤੱਕ ਨਹੀਂ ਮਿਲਵਾਇਆ। ਉਹਨਾਂ ਦੀ ਗੱਲ ਸੁਣ ਕੇ ਮੈਂ ਹੋਰ ਵੀ ਜ਼ਿਆਦਾ ਡਰ ਗਈ। ਮੈਂ ਭੂਆ ਦਾ ਨੰਬਰ ਡਾਇਲ ਕੀਤਾ ਪਰ ਉਸ ਦਾ ਨੰਬਰ ਕੰਮ ਨਹੀਂ ਕਰ ਰਿਹਾ ਸੀ ਅਤੇ ਮੈਂ ਬਹੁਤ ਪਰੇਸ਼ਾਨ ਸੀ। ਮੇਰਾ ਅਤੀਤ ਦਾ ਅਚਾਨਕ ਮੇਰੇ ਸਾਹਮਣੇ ਆਉਣਾ ਕਿਸਮਤ ਦੀ ਇਹ ਕਿਹੋ ਜਿਹੀ ਖੇਡ ਸੀ, ਸਮਝ ਨਹੀਂ ਆ ਰਹੀ ਸੀ। ਮੈਂ ਆਪਣੇ ਪਰਿਵਾਰ ਵਾਲਿਆਂ ਤੋਂ ਵੀ ਲੁਕ ਕੇ ਰਹਿ ਰਹੀ ਸੀ ਅਤੇ ਅਮਨ ਨੂੰ ਮੇਰੇ ਸਾਹਮਣੇ ਆਉਣ ਬਾਰੇ ਸੋਚ ਕੇ ਮੈਂ ਭੱਜ ਜਾਂਦੀ ਸੀ। ਪਤਾ ਨਹੀਂ ਕੀ ਹੋਵੇਗਾ, ਮੇਰਾ ਦਿਲ ਤੇਜ਼ੀ ਨਾਲ ਧੜਕਣ ਲੱਗ ਪਿਆ। ਪਤਾ ਨਹੀਂ ਕਿਉਂ ਕਿਸਮਤ ਨੇ ਮੈਨੂੰ ਮੁੜ ਇਸ ਘਰ ਵਿੱਚ ਲਿਆ ਕੇ ਖੜਾ ਕਰ ਦਿੱਤਾ ਸੀ ਤੇ ਦੂਜੇ ਪਾਸੇ ਮੇਰੀ ਨਣਦ ਰੀਮਾ ਮੇਰੇ ਮਗਰ ਪਈ ਹੋਈ ਸੀ। ਉਹ ਮੈਨੂੰ ਅਜੀਬ ਸਵਾਲ ਪੁੱਛਦੀ ਰਹਿੰਦੀ ਸੀ। ਉਹ ਮੇਰੀ ਸੱਚਾਈ ਸਭ ਦੇ ਸਾਹਮਣੇ ਲਿਆਉਣਾ ਚਾਹੁੰਦੀ ਸੀ ਜਾਂ ਉਹ ਮੇਰੇ ਬਾਰੇ ਸਭ ਕੁਝ ਜਾਣਦੀ ਸੀ ਜਾਂ ਉਹ ਜਾਣਬੁੱਝ ਕੇ ਮੈਨੂੰ ਤੰਗ ਕਰਦੀ ਸੀ। ਇੱਕ ਦਿਨ ਅਮਨ ਨੇ ਮੇਰਾ ਦਰਵਾਜ਼ਾ ਖੜਕਾਇਆ। ਮੈਨੂੰ ਕਹਿਣ ਲੱਗਾ ਕਿ ਭਾਬੀ ਮੈਂ ਅੰਦਰ ਆ ਜਾਵਾਂ। ਮੈਂ ਬਹੁਤ ਘਬਰਾ ਗਈ ਅਤੇ ਸੋਚਣ ਲੱਗੀ ਕਿ ਪਤਾ ਨਹੀਂ ਹੁਣ ਮੇਰੇ ਨਾਲ ਕੀ ਹੋਣ ਵਾਲਾ ਹੈ। ਮੈਨੂੰ ਪਸੀਨਾ ਆਉਣ ਲੱਗਾ। ਮੈਂ ਤੇਜ਼ੀ ਨਾਲ ਪਿਛਲੇ ਦਰਵਾਜ਼ੇ ਤੋਂ ਬਾਹਰ ਆ ਗਈ। ਮੈਂ ਮੋਹਨ ਨੂੰ ਫੋਨ ਕਰਕੇ ਦੱਸਿਆ ਕਿ ਮੈਂ ਡਾਕਟਰ ਕੋਲ ਆਈ ਹਾਂ। ਅੱਜ ਮੈਂ ਕਿਸੇ ਤਰ੍ਹਾਂ ਆਪਣੇ ਆਪ ਨੂੰ ਬਚਾ ਲਿਆ। ਹੁਣ ਮੈਨੂੰ ਕਿਸੇ ਵੀ ਤਰੀਕੇ ਨਾਲ ਘਰ ਤੋਂ ਦੂਰ ਜਾਣਾ ਪੈਣਾ ਸੀ। ਅਜਿਹਾ ਲੱਗ ਰਿਹਾ ਸੀ ਜਿਵੇਂ ਮੇਰਾ ਅਤੀਤ ਮੇਰੇ ਆਉਣ ਵਾਲੇ ਜੀਵਨ ਦਾ ਹਿੱਸਾ ਬਣਨ ਜਾ ਰਿਹਾ ਸੀ। ਹੁਣ ਮੈਂ ਚੁੱਪਚਾਪ ਰਹਿਣ ਲੱਗੀ ਸੀ। ਮੈਂ ਮੋਹਨ ਨੂੰ ਕਿਹਾ ਕਿ ਪਲੀਜ਼ ਮੈਨੂੰ ਇੱਥੋਂ ਵਾਪਸ ਲੈ ਜਾਓ। ਮੇਰਾ ਇੱਥੇ ਦਮ ਘੁੱਟ ਰਿਹਾ ਹੈ। ਇੱਥੇ ਮੇਰੀ ਸਿਹਤ ਠੀਕ ਨਹੀਂ ਰਹਿੰਦੀ। ਮੈਂ ਇੱਥੇ ਬਹੁਤ ਬੇਚੈਨ ਮਹਿਸੂਸ ਕਰਦੀ ਹਾਂ। ਮੇਰਾ ਦਿਲ ਇੱਥੇ ਨਹੀਂ ਲੱਗਦਾ। ਮੈਂ ਇੱਥੇ ਬਹੁਤ ਉਲਝਣ ਵਿੱਚ ਸੀ। ਇਹ ਦੇਖ ਕੇ ਮੋਹਨ ਡਰ ਗਏ। ਕਿੰਨੇ ਸਾਲਾਂ ਬਾਅਦ ਮੈਂ ਆਪਣੇ ਹੋਸ਼ ਗਵਾ ਬੈਠੀ ਸੀ।
ਮੈਂ ਮੁਸ਼ਕਲ ਨਾਲ ਆਪਣੇ ਆਪ ਨੂੰ ਸੰਭਾਲ ਰਹੀ ਸੀ। ਇੱਕ ਦਿਨ ਅਚਾਨਕ ਅਮਨ ਮੇਰੇ ਸਾਹਮਣੇ ਆ ਗਿਆ। ਉਹ ਮੇਰੇ ਵੱਲ ਧਿਆਨ ਨਾਲ ਦੇਖਣ ਲੱਗਾ, ਪਰ ਮੈਂ ਆਪਣਾ ਮੂੰਹ ਢੱਕ ਲਿਆ। ਕੁਝ ਦੇਰ ਤੱਕ ਉਹ ਮੇਰੇ ਵੱਲ ਇਸੇ ਤਰ੍ਹਾਂ ਦੇਖਦਾ ਰਿਹਾ। ਫਿਰ ਉਸਨੇ ਮੇਰੀ ਸਿਹਤ ਬਾਰੇ ਪੁੱਛਿਆ ਤਾਂ ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ। ਫਿਰ ਉਹ ਵੀ ਬਿਨਾਂ ਕੁਝ ਕਹੇ ਚਲਾ ਗਿਆ। ਮੈਂ ਫਟਾਫਟ ਆਪਣਾ ਸਮਾਨ ਪੈਕ ਕੀਤਾ ਅਤੇ ਮੋਹਨ ਨੂੰ ਕੁਝ ਕਹੇ ਬਿਨਾਂ ਹੀ ਉੱਥੋਂ ਜਾਣ ਲੱਗੀ। ਜਿਵੇਂ ਹੀ ਮੈਂ ਦਰਵਾਜ਼ੇ ਕੋਲ ਪਹੁੰਚੀ, ਮੇਰੀ ਨਣਦ ਨੇ ਮੇਰਾ ਹੱਥ ਫੜ ਲਿਆ ਅਤੇ ਮੈਨੂੰ ਘਰ ਦੇ ਅੰਦਰ ਲੈ ਗਈ। ਮੈਂ ਸਾਰਿਆਂ ਅੱਗੇ ਸਿਰ ਝੁਕਾ ਕੇ ਖੜੀ ਸੀ। ਘਰ ਦੇ ਬਾਕੀ ਲੋਕ ਵੀ ਉੱਥੇ ਹੀ ਸਨ। ਅਜਿਹਾ ਲੱਗਦਾ ਸੀ ਕਿ ਮੈਂ ਇੱਕ ਅਪਰਾਧੀ ਹਾਂ। ਰੀਮਾ ਨੇ ਕਿਹਾ ਕਿ ਮੇਰੇ 2 ਭਰਾਵਾਂ ਦੀ ਇੱਕ ਹੀ ਦੁਲਹਨ, ਇਸ ਦਾ ਕੀ ਕਾਰਨ ਸੀ? ਇਹ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਉਸ ਦੀ ਗੱਲ ਸੁਣ ਕੇ ਮੈਂ ਚੀਕੀ ਅਤੇ ਕਹਿਣ ਲੱਗੀ ਕਿ ਨਹੀਂ, ਅਜਿਹਾ ਕੁਝ ਨਹੀਂ ਹੈ, ਇਹ ਝੂਠ ਬੋਲ ਰਹੀ ਹੈ। ਮੋਹਨ ਨੇ ਮੇਰੇ ਮੂੰਹ ਤੇ ਥੱਪੜ ਮਾਰਿਆ। ਮੈਂ ਰੋਣ ਲੱਗ ਪਈ। ਮੈਂ ਕਿਸਮਤ ਦੇ ਹੱਥੋਂ ਬੇਵੱਸ ਸੀ, ਕਿਉਂਕਿ ਹੁਣ ਮੇਰੀ ਸੱਚਾਈ ਸਭ ਦੇ ਸਾਹਮਣੇ ਆਉਣ ਵਾਲੀ ਸੀ। ਮੋਹਨ ਨੇ ਕਿਹਾ, ਇਹ ਕੀ ਕਹਿ ਰਹੀ ਹੈ? ਆਖਰ ਸੱਚ ਕੀ ਹੈ? ਇਸ ਦਾ ਕੀ ਮਤਲਬ ਹੈ? ਮੈਂ ਰੋਣ ਲੱਗ ਪਈ ਤੇ ਮੈਂ ਮੂੰਹ ਤੋਂ ਮਾਸਕ ਲਾ ਦਿੱਤਾ। ਮੈਂ ਅਮਨ ਵੱਲ ਦੇਖਣ ਲੱਗੀ। ਮੈਂ ਸੋਚ ਰਹੀ ਸੀ ਕਿ ਅਮਨ ਮੇਰੇ ਬਾਰੇ ਸਭ ਨੂੰ ਸੱਚ ਦੱਸ ਦੇਵੇਗਾ, ਪਰ ਉਸ ਦੀਆਂ ਝੁਕੀਆਂ ਨਜ਼ਰਾਂ ਦੇਖ ਕੇ ਮੈਂ ਸਮਝ ਗਈ, ਕਿਉਂਕਿ ਉਸ ਦੀਆਂ ਝੁਕੀਆਂ ਨਜ਼ਰਾਂ ਬਿਆਨ ਕਰ ਰਹੀਆਂ ਸਨ ਕਿ ਇਹ ਮੇਰਾ ਹੀ ਕਸੂਰ ਸੀ। ਮੈਂ ਮੋਹਨ ਨੂੰ ਕਿਹਾ ਕਿ ਇਹ ਸਭ ਲਈ ਮੈਂ ਇਕੱਲੀ ਜ਼ਿੰਮੇਵਾਰ ਨਹੀਂ ਹਾਂ। ਮੇਰੇ ਅਤੀਤ ਵਿੱਚ ਜੋ ਕੁਝ ਵੀ ਵਾਪਰਿਆ ਹੈ, ਉਸ ਲਈ ਵੀ ਇਹ ਲੋਕ ਵੀ ਜ਼ਿੰਮੇਵਾਰ ਹਨ। ਉਹ ਕਹਿਣ ਲੱਗਾ, ਤੇਰਾ ਕੀ ਮਤਲਬ ਹੈ? ਤੁਸੀਂ ਇਹ ਸਭ ਕੀ ਕਹਿ ਰਹੇ ਹੋ? ਆਖਰ ਇਹ ਸਭ ਕੀ ਹੋ ਰਿਹਾ ਹੈ? ਕੋਈ ਮੈਨੂੰ ਸੱਚ ਦੱਸੇਗਾ? ਅਚਾਨਕ ਉਹ ਗੁੱਸੇ ਨਾਲ ਚੀਕਿਆ। ਮੈਂ ਉੱਚੀ ਉੱਚੀ ਰੋਣ ਲੱਗੀ ਤੇ ਸਾਰਿਆਂ ਦੇ ਸਾਹਮਣੇ ਹੱਥ ਜੋੜ ਕੇ ਕਿਹਾ, ਕਿਰਪਾ ਕਰਕੇ ਤੁਸੀਂ ਮੇਰੇ ਵਿਆਹ ਨੂੰ ਬਚਾਓ। ਮੇਰੀ ਗਲਤੀ ਸਿਰਫ ਇਹ ਹੈ ਕਿ ਮੈਂ ਆਪਣੇ ਅਤੀਤ ਨੂੰ ਭੁੱਲ ਗਈ ਅਤੇ ਭਵਿੱਖ ਦੀ ਜ਼ਿੰਦਗੀ ਵਿੱਚ ਕਦਮ ਰੱਖਿਆ ਅਤੇ ਮੋਹਨ ਨਾਲ ਵਿਆਹ ਕਰ ਲਿਆ। ਮੈਨੂੰ ਰੋਂਦੀ ਦੇਖ ਕੇ ਮੇਰੀ ਸੱਸ ਨੂੰ ਮੇਰੇ ਤੇ ਤਰਸ ਆਇਆ। ਉਸਨੇ ਮੇਰੇ ਕੋਲ ਆ ਕੇ ਮੈਨੂੰ ਜੱਫੀ ਪਾ ਕੇ ਦਿਲਾਸਾ ਦਿੱਤਾ ਅਤੇ ਮੋਹਨ ਨੂੰ ਮੇਰੇ ਬਾਰੇ ਸਾਰੀ ਸੱਚਾਈ ਦੱਸਣ ਲੱਗੀ ਅਤੇ ਕਿਹਾ ਕਿ ਇਹ ਕੁੜੀ ਸੱਚ ਬੋਲ ਰਹੀ ਹੈ। ਕਈ ਸਾਲ ਪਹਿਲਾਂ ਜਦੋਂ ਅਸੀਂ ਤੈਨੂੰ ਸ਼ਹਿਰ ਭੇਜਿਆ ਸੀ, ਇਸ ਪਿੰਡ ਵਿੱਚ ਇੱਕ ਅਜੀਬ ਰਿਵਾਜ ਸੀ। ਮਾਪੇ ਬਚਪਨ ਵਿੱਚ ਹੀ ਆਪਣੇ ਬੱਚਿਆਂ ਦੇ ਵਿਆਹ ਕਰਵਾ ਦਿੰਦੇ ਸਨ। ਖਾਸ ਕਰਕੇ ਕੁੜੀਆਂ ਦੇ ਮਾਪੇ ਆਪਣੇ ਸਿਰ ਤੋਂ ਭਾਰ ਘਟਾਉਣ ਲਈ ਬਚਪਨ ਵਿੱਚ ਹੀ ਆਪਣੀ ਧੀ ਦਾ ਵਿਆਹ ਕਰਵਾ ਦਿੰਦੇ ਸਨ। ਇਸ ਲੜਕੀ ਅਤੇ ਅਮਨ ਦਾ ਬਚਪਨ ਵਿੱਚ ਹੀ ਵਿਆਹ ਹੋ ਗਿਆ ਸੀ, ਪਰ ਜਦੋਂ ਬੱਚੇ ਜਵਾਨ ਹੁੰਦੇ ਤਾਂ ਉਹ ਇਸ ਬਾਲ ਵਿਵਾਹ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੰਦੇ। ਜੇਕਰ ਉਹਨਾਂ ਦੇ ਮਾਪੇ ਉਹਨਾਂ ਨਾਲ ਜ਼ਬਰਦਸਤੀ ਕਰਦੇ ਤਾਂ ਉਹ ਤੰਗ ਆ ਕੇ ਘਰ ਛੱਡ ਦਿੰਦੇ ਸੀ ਜਾਂ ਆਪਣੀ ਪਤਨੀ ਨੂੰ ਤਲਾਕ ਦੇ ਦਿੰਦੇ ਸੀ। ਉਹ ਦੱਸਣ ਲੱਗੀ ਕਿ ਇਸੇ ਤਰ੍ਹਾਂ ਕਿਸਮਤ ਨੇ ਅਮਨ ਤੇ ਕੋਮਲ ਨਾਲ ਵੀ ਇਹੀ ਖੇਡ ਖੇਡੀ। ਉਸ ਦਾ ਬਚਪਨ ਵੀ ਬਰਬਾਦ ਹੋ ਗਿਆ, ਪਰ ਅਮਨ ਘਰੋਂ ਭੱਜ ਗਿਆ, ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰਵਾ ਲਿਆ ਤੇ ਇਹ ਵਿਚਾਰੀ ਅਮਨ ਨੂੰ ਉਡੀਕਦੀ ਰਹੀ। ਪਿੰਡ ਵਾਲਿਆਂ ਨੇ ਤਾਨੇ ਮਾਰ ਕੇ ਉਸ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਸੀ। ਇੱਥੋਂ ਤੱਕ ਕਿ ਉਸ ਦੇ ਆਪਣੇ ਪਰਿਵਾਰ ਮੈਂਬਰਾਂ ਨੇ ਅਤੇ ਰਿਸ਼ਤੇਦਾਰਾਂ ਨੇ ਵੀ ਉਸ ਦਾ ਸਾਥ ਨਹੀਂ ਦਿੱਤਾ ਅਤੇ ਉਹ ਇੱਥੇ ਸਾਡੇ ਘਰ ਆ ਗਈ। ਪਰ ਅਸੀਂ ਉਸ ਨੂੰ ਇੱਥੇ ਸ਼ਾਂਤੀ ਨਾਲ ਨਹੀਂ ਰਹਿਣ ਦਿੱਤਾ ਅਤੇ ਕੁਝ ਦਿਨਾਂ ਬਾਅਦ ਅਮਨ ਨੇ ਵੀ ਉਸ ਨੂੰ ਇੱਥੇ ਰਹਿਣ ਨਹੀਂ ਦਿੱਤਾ। ਅਸੀਂ ਇਸ ਲੜਕੀ ਨੂੰ ਇੱਥੋਂ ਧੱਕੇ ਮਾਰ ਕੇ ਕੱਢ ਦਿੱਤਾ। ਇਹ ਵਿਚਾਰੀ ਇੱਥੇ ਠੋਕਰਾਂ ਖਾਂਦੀ ਰਹੀ। ਮੈਂ ਮੋਹਨ ਨੂੰ ਅੱਗੇ ਦੀ ਸੱਚਾਈ ਦੱਸੀ ਕਿ ਇਸ ਤੋਂ ਬਾਅਦ ਮੇਰੀ ਮਾਂ ਨੇ ਮੈਨੂੰ ਸ਼ਹਿਰ ਮੇਰੀ ਭੂਆ ਕੋਲ ਭੇਜ ਦਿੱਤਾ ਅਤੇ ਮੈਨੂੰ ਸਹੁੰ ਚੁਕਾਈ ਕਿ ਮੈਂ ਆਪਣਾ ਅਤੀਤ ਭੁੱਲ ਕੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਾਂਗੀ ਅਤੇ ਕਦੇ ਵੀ ਕਿਸੇ ਨੂੰ ਸੱਚ ਨਹੀਂ ਦੱਸਾਂਗੀ। ਮੋਹਨ ਕਹਿਣ ਲੱਗਾ ਕਿ ਇੰਨਾ ਵੱਡਾ ਸੱਚ ਤੁਸੀਂ ਮੇਰੇ ਤੋਂ ਲੁਕੋਇਆ। ਇਹ ਸਾਰੇ ਲੋਕ ਤੁਹਾਡੇ ਦੋਸ਼ੀ ਹਨ, ਪਰ ਤੁਸੀਂ ਮੇਰੇ ਦੋਸ਼ੀ ਹੋ। ਮੈਂ ਤੁਹਾਨੂੰ ਸੱਚਾ ਪਿਆਰ ਕਰਦਾ ਸੀ ਤੇ ਤੁਸੀਂ ਮੈਨੂੰ ਕੁਝ ਵੀ ਦੱਸਣਾ ਜ਼ਰੂਰੀ ਨਹੀਂ ਸਮਝਿਆ ਅਤੇ ਤੁਸੀਂ ਮੇਰੇ ਭਰਾ ਦੀ ਪਹਿਲੀ ਪਤਨੀ ਹੋ। ਇਹ ਸਭ ਜਾਣਦੇ ਹੋਏ ਵੀ ਤੁਸੀਂ ਮੇਰੇ ਨਾਲ ਕਿਵੇਂ ਰਹਿ ਸਕਦੇ ਸੀ? ਤੂੰ ਮੈਨੂੰ ਆਪਣੇ ਨਾਲ ਹੀ ਉਸ ਪਾਪ ਦਾ ਭਾਗੀਦਾਰ ਬਣਾਇਆ ਹੈ। ਤੁਸੀਂ ਮੇਰੇ ਨਾਲ ਵਿਆਹ ਕਿਉਂ ਕੀਤਾ ਜਦੋਂ ਤੁਸੀਂ ਪਹਿਲਾਂ ਹੀ ਵਿਆਹੇ ਹੋਏ ਸੀ? ਇਹ ਸੁਣ ਕੇ ਮੈਂ ਅਮਨ ਵੱਲ ਦੇਖਿਆ ਤਾਂ ਉਹ ਡਰ ਗਿਆ। ਮੇਰੇ ਅਤੇ ਅਮਨ ਤੋਂ ਇਲਾਵਾ ਰੀਮਾ ਵੀ ਇਸ ਸੱਚ ਬਾਰੇ ਜਾਣਦੀ ਸੀ। ਮੈਂ ਗੁੱਸੇ ਨਾਲ ਰੀਮਾ ਵੱਲ ਤੱਕਿਆ। ਇੰਨੇ ਨੂੰ ਅਮਨ ਦੀ ਪਤਨੀ ਨੇ ਉਸ ਨੂੰ ਜ਼ੋਰਦਾਰ ਥੱਪੜ ਮਾਰਿਆ ਅਤੇ ਕਹਿਣ ਲੱਗੀ ਕਿ ਤੁਸੀਂ ਮੇਰੇ ਨਾਲ ਇਹ ਕੀ ਕੀਤਾ? ਤੁਸੀਂ ਮੈਨੂੰ ਧੋਖਾ ਦਿੱਤਾ। ਤੁਸੀਂ ਮੇਰੇ ਨਾਲ ਵਿਆਹ ਕਿਵੇਂ ਕੀਤਾ? ਹੁਣ ਮੈਂ ਤੁਹਾਨੂੰ ਤਲਾਕ ਦੇਵਾਂਗੀ। ਰੀਮਾ ਨੇ ਰੋਣਾ ਸ਼ੁਰੂ ਕਰ ਦਿੱਤਾ।
ਅਤੇ ਕਿਹਾ ਕਿ ਤੁਸੀਂ ਸਾਰੇ ਮੈਨੂੰ ਮਾਫ਼ ਕਰ ਦਿਓ, ਸਾਰਾ ਕਸੂਰ ਮੇਰਾ ਹੈ। ਮੈਂ ਸ਼ੁਰੂ ਵਿੱਚ ਹੀ ਭਾਬੀ ਦਾ ਚਿਹਰਾ ਦੇਖ ਲਿਆ ਸੀ ਅਤੇ ਉਸ ਨੂੰ ਪਛਾਣ ਲਿਆ ਸੀ। ਮੈਂ ਉਹਨਾਂ ਨੂੰ ਸਾਰੇ ਪਰਿਵਾਰ ਵਾਲਿਆਂ ਦੇ ਸਾਹਮਣੇ ਲਿਆ ਕੇ ਉਹਨਾਂ ਤੋਂ ਬਦਲਾ ਲੈਣਾ ਚਾਹੁੰਦੀ ਸੀ। ਮੈਂ ਰੀਮਾ ਵੱਲ ਦੇਖ ਕੇ ਸੋਚਣ ਲੱਗੀ, ਪਤਾ ਨਹੀਂ ਉਹ ਕੀ ਸੱਚ ਦੱਸਣ ਜਾ ਰਹੀ ਹੈ। ਉਸਨੇ ਅੱਗੇ ਕਿਹਾ ਕਿ ਮੈਂ ਅਤੇ ਕੋਮਲ ਦਾ ਭਰਾ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਅਤੇ ਵਿਆਹ ਕਰਨਾ ਚਾਹੁੰਦੇ ਸੀ, ਪਰ ਅਮਨ ਅਤੇ ਕੋਮਲ ਦੇ ਵਿਆਹ ਨੇ ਸਭ ਕੁਝ ਤਬਾਹ ਕਰ ਦਿੱਤਾ। ਇਹਨਾਂ ਦੋਹਾਂ ਕਾਰਨ ਸਾਡਾ ਵੀ ਵਿਆਹ ਨਹੀਂ ਹੋ ਸਕਿਆ। ਉਸ ਸਮੇਂ ਮੈਂ ਸੋਚਿਆ ਸੀ ਕਿ ਮੈਂ ਉਸ ਤੋਂ ਬਦਲਾ ਲਵਾਂਗੀ। ਜਦੋਂ ਮੈਂ ਇਸ ਨੂੰ ਪਹਿਲੀ ਵਾਰ ਦੇਖਿਆ ਤਾਂ ਮੇਰੇ ਦਿਲ ਵਿੱਚ ਸਾਲਾਂ ਪੁਰਾਣੀ ਨਫ਼ਰਤ ਜਾਗ ਗਈ ਅਤੇ ਮੈਂ ਸੋਚਿਆ ਸੀ ਕਿ ਮੈਂ ਉਸ ਤੋਂ ਬਦਲਾ ਲਵਾਂਗੀ, ਪਰ ਮੇਰੀ ਇਹ ਗਲਤੀ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਬਰਬਾਦ ਕਰ ਦੇਵੇਗੀ। ਪਲੀਜ਼ ਸਾਰੇ ਮੈਨੂੰ ਮਾਫ਼ ਕਰ ਦਿਓ। ਉਹ ਅਮਨ ਤੇ ਚੀਕਣ ਲੱਗੀ ਤੇ ਉਸ ਨੂੰ ਕਿਹਾ ਕਿ ਸੱਚ ਦੱਸ ਅਮਨ, ਤੇਰੀ ਤੇ ਮੋਹਨ ਦੀ, ਨਹੀਂ ਤਾਂ ਇਹਨਾਂ ਦੋਨਾਂ ਮਾਸੂਮਾਂ ਕੁੜੀਆਂ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ। ਜੇ ਤੁਸੀਂ ਅੱਜ ਸਭ ਕੁਝ ਸੱਚ ਨਹੀਂ ਦੱਸਿਆ ਤਾਂ ਕੀ ਹੋਵੇਗਾ? ਸਭ ਕੁਝ ਬਰਬਾਦ ਹੋ ਜਾਵੇਗਾ। ਮੇਰੀ ਨਜ਼ਰ ਅਮਨ ਉੱਤੇ ਟਿਕੀ ਹੋਈ ਸੀ। ਉਸ ਦੇ ਮਾਪੇ ਵੀ ਬਹੁਤ ਸ਼ਰਮਿੰਦੇ ਸਨ। ਅਮਨ ਦੀ ਪਤਨੀ ਵੀ ਉਸ ਨੂੰ ਸੱਚ ਦੱਸਣ ਲਈ ਕਹਿ ਰਹੀ ਸੀ। ਇਸ ਦੌਰਾਨ ਮੈਨੂੰ ਚੱਕਰ ਆਉਣ ਕਾਰਨ ਮੈਂ ਜ਼ਮੀਨ ਤੇ ਡਿੱਗ ਪਈ ਤੇ ਬੇਹੋਸ਼ ਹੋ ਗਈ। ਜਦੋਂ ਕੁਝ ਸਮੇਂ ਬਾਅਦ ਮੈਨੂੰ ਹੋਸ਼ ਆਈ ਤਾਂ ਮੈਨੂੰ ਡਾਕਟਰ ਦੀ ਆਵਾਜ਼ ਸੁਣੀ। ਉਹ ਸਾਰਿਆਂ ਨੂੰ ਕਹਿ ਰਿਹਾ ਸੀ ਕਿ ਤੁਹਾਨੂੰ ਸਾਰਿਆਂ ਨੂੰ ਉਸ ਦਾ ਬਹੁਤ ਖਿਆਲ ਰੱਖਣਾ ਚਾਹੀਦਾ ਹੈ। ਇਹ ਗਰਭਵਤੀ ਹੈ। ਮੇਰੀ ਅੱਖ ਖੁੱਲ੍ਹ ਗਈ ਅਤੇ ਇਹ ਸੁਣ ਕੇ ਮੇਰੀ ਹਾਲਤ ਵਿਗੜਨ ਲੱਗੀ। ਰੀਮਾ ਅਤੇ ਮੋਹਨ ਦੀ ਮਾਂ ਮੇਰੀ ਦੇਖਭਾਲ ਕਰਨ ਲੱਗ ਪਈਆਂ। ਮੋਹਨ ਵੀ ਸਿਰ ਫੜ ਕੇ ਬੈਠ ਗਿਆ। ਇੰਜ ਜਾਪਦਾ ਸੀ ਜਿਵੇਂ ਅਸਮਾਨ ਟੁੱਟ ਗਿਆ ਹੋਵੇ। ਇੱਕੋ ਕੁੜੀ ਦੇ ਦੋ ਭਰਾਵਾਂ ਦੀ ਪਤਨੀ ਕਿਵੇਂ ਹੋ ਸਕਦੀ ਹੈ? ਮੋਹਨ ਮੇਰੇ ਸਾਹਮਣੇ ਹੱਥ ਜੋੜ ਕੇ ਕਹਿਣ ਲੱਗਾ ਕਿ ਮੈਨੂੰ ਦੱਸੋ ਅੱਗੇ ਦਾ ਸੱਚ ਕੀ ਹੈ। ਰੀਮਾ ਕਹਿਣ ਲੱਗੀ ਕਿ ਮੋਹਨ ਭਰਾ ਅਮਨ ਦੋਸ਼ੀ ਹੈ। ਉਸਨੇ ਹੀ ਇਸ ਦੇ ਨਾਲ ਸਭ ਕੁਝ ਕੀਤਾ ਅਤੇ ਹੁਣ ਇਹ ਚੁੱਪਚਾਪ ਖੜਾ ਹੈ। ਮੋਹਨ ਨੇ ਗੁੱਸੇ ਵਿੱਚ ਅਮਨ ਨੂੰ ਥੱਪੜ ਮਾਰਿਆ। ਅਮਨ ਜ਼ਮੀਨ ਤੇ ਡਿੱਗ ਪਿਆ ਅਤੇ ਮੋਹਨ ਦੇ ਪੈਰ ਫੜ ਕੇ ਮਾਫੀ ਮੰਗਣ ਲੱਗਾ ਅਤੇ ਕਿਹਾ ਕਿ ਮੈਂ ਕੋਮਲ ਦਾ ਦੋਸ਼ੀ ਹਾਂ। ਉਸਨੇ ਦੱਸਿਆ ਕਿ ਕਈ ਸਾਲ ਪਹਿਲਾਂ ਜਦੋਂ ਮੈਂ ਆਪਣਾ ਦੂਜਾ ਵਿਆਹ ਕਰਵਾਉਣ ਬਾਰੇ ਸੋਚਿਆ ਸੀ, ਉਸ ਸਮੇਂ ਮੈਂ ਉਸ ਨੂੰ ਤਲਾਕ ਦੇ ਕਾਗਜ਼ ਭੇਜ ਦਿੱਤੇ ਸਨ। ਹੁਣ ਇਹ ਮੇਰੀ ਪਤਨੀ ਨਹੀਂ ਹੈ, ਇਹ ਤੁਹਾਡੀ ਪਤਨੀ ਹੈ ਅਤੇ ਇਹ ਬੱਚਾ ਵੀ ਤੁਹਾਡਾ ਹੈ। ਬਸ ਕਿਸਮਤ ਨੇ ਸਾਡੇ ਨਾਲ ਖੇਡ ਖੇਡੀ। ਅਮਨ ਨੇ ਮੈਨੂੰ ਅਤੇ ਕੋਮਲ ਨੂੰ ਪਾਪ ਤੋਂ ਬਚਾਇਆ। ਅਮਨ ਨੇ ਵੀ ਮੇਰੇ ਪੈਰ ਫੜ ਕੇ ਮਾਫੀ ਮੰਗੀ ਅਤੇ ਉਸ ਦੇ ਮਾਤਾ ਪਿਤਾ ਨੇ ਵੀ ਆਪਣੀ ਗਲਤੀ ਦਾ ਅਹਿਸਾਸ ਕਰਕੇ ਮੇਰੇ ਤੋਂ ਮਾਫੀ ਮੰਗੀ। ਮੈਂ ਬਹੁਤ ਰੋ ਰਹੀ ਸੀ। ਮੋਹਨ ਦੇ ਦਿਲ ਵਿੱਚ ਮੇਰੇ ਲਈ ਪਿਆਰ ਜਾਗ ਗਿਆ ਸੀ। ਉਹ ਇਹ ਵੀ ਜਾਣਦਾ ਸੀ ਕਿ ਇਸ ਸਭ ਵਿੱਚ ਮੇਰਾ ਕਸੂਰ ਨਹੀਂ ਸੀ। ਮੈਂ ਆਪਣੀ ਮਾਂ ਦੀ ਸਹੁੰ ਖਾਤਰ ਹੀ ਸਭ ਕੁਝ ਛੁਪਾਇਆ ਸੀ। ਮੇਰੇ ਅਤੇ ਅਮਨ ਵਿਚਕਾਰ ਕੋਈ ਰਿਸ਼ਤਾ ਨਹੀਂ ਬਚਿਆ ਸੀ। ਮੈਂ ਅਤੇ ਅਮਨ ਨੇ ਸਾਲਾਂ ਪਹਿਲਾਂ ਹੀ ਤਲਾਕ ਲੈ ਲਿਆ ਸੀ। ਮੈਂ ਵੀ ਸਭ ਨੂੰ ਮਾਫ਼ ਕਰ ਦਿੱਤਾ ਤੇ ਦਿਲ ਸਾਫ਼ ਕਰ ਲਿਆ। ਅਮਨ ਨੇ ਆਪਣੀ ਪਤਨੀ ਤੋਂ ਵੀ ਮਾਫੀ ਮੰਗੀ ਅਤੇ ਉਸਨੇ ਵੀ ਉਸ ਨੂੰ ਮਾਫ਼ ਕਰ ਦਿੱਤਾ। ਹੁਣ ਅਸੀਂ ਸਾਰੇ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ। ਕੁਝ ਮਹੀਨਿਆਂ ਬਾਅਦ ਅਸੀਂ ਸਾਰੇ ਸ਼ਹਿਰ ਆ ਗਏ। ਹੁਣ ਅਸੀਂ ਸਾਰੇ ਖੁਸ਼ੀ ਨਾਲ ਰਹਿਣ ਲੱਗ ਪਏ। ਮੈਂ ਇੱਕ ਧੀ ਨੂੰ ਜਨਮ ਦਿੱਤਾ ਅਤੇ ਅਮਨ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਮੋਹਨ ਦੇ ਮਾਤਾ ਪਿਤਾ ਨੂੰ ਉਹਨਾਂ ਦੀਆਂ ਗਲਤੀਆਂ ਦਾ ਅਹਿਸਾਸ ਸੀ। ਇਸੇ ਲਈ ਉਹਨਾਂ ਨੇ ਸੋਚਿਆ ਕਿ ਉਹ ਆਪਣੇ ਪੋਤੇ ਪੋਤੀਆਂ ਨੂੰ ਪੜ੍ਹਾ ਲਿਖਾ ਕੇ ਪਿੰਡਾਂ ਦੇ ਰੀਤੀ ਰਿਵਾਜਾਂ ਤੋਂ ਦੂਰ ਰੱਖਣਗੇ ਅਤੇ ਹੋ ਸਕੇ ਤਾਂ ਪਿੰਡ ਦੇ ਇਸੇ ਰਿਵਾਜ ਨੂੰ ਖਤਮ ਕਰ ਦੇਵੇਗੇ ਤਾਂ ਜੋ ਆਉਣ ਵਾਲੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਨਾ ਹੋ ਸਕੇ। ਅਤੇ ਅਜਿਹਾ ਹੀ ਹੋਇਆ। ਮੋਹਨ ਨੇ ਆਪਣੇ ਪਿੰਡ ਜਾ ਕੇ ਸਾਰਿਆਂ ਨੂੰ ਬਹੁਤ ਸਮਝਾਇਆ ਅਤੇ ਇਸ ਰੀਤੀ ਰਿਵਾਜ ਨੂੰ ਖਤਮ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਤਬਾਹ ਹੋਣ ਤੋਂ ਬਚਾ ਲਈ। ਉਹਨਾਂ ਨੇ ਪਿੰਡ ਵਾਲਿਆਂ ਦੀ ਸੋਚ ਨੂੰ ਬਦਲਿਆ, ਆਪਣੇ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦੇਣ ਲਈ ਕਿਹਾ। ਜਦੋਂ ਸਾਡੇ ਬੱਚੇ ਵੱਡੇ ਹੋਏ ਤਾਂ ਅਸੀਂ ਆਪਣੇ ਪੁੱਤਰ ਧੀ ਨੂੰ ਵਿਦੇਸ਼ ਪੜ੍ਹਨ ਲਈ ਭੇਜ ਦਿੱਤਾ। ਪੁਰਾਣੇ ਅਤੇ ਰੂੜੀਵਾਦੀ ਰੀਤੀ ਰਿਵਾਜ ਇਨਸਾਨ ਦੀ ਜ਼ਿੰਦਗੀ ਨੂੰ ਬਰਬਾਦ ਕਰ ਦਿੰਦੇ ਹਨ। ਅਸੀਂ ਆਪਣੇ ਅਤੀਤ ਨੂੰ ਜਿੰਨਾ ਮਰਜ਼ੀ ਭੁਲਾਉਣਾ ਚਾਹੀਏ, ਇੱਕ ਦਿਨ ਉਹ ਸਾਡੇ ਸਾਹਮਣੇ ਆ ਜਾਂਦਾ ਹੈ। ਲਿਖੀ ਹੋਈ ਤਕਦੀਰ ਨੂੰ ਕੋਈ ਨਹੀਂ ਬਦਲ ਸਕਦਾ। ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਵੇਗੀ। ਜੇਕਰ ਸਾਡੀ ਵੀਡੀਓ ਪਸੰਦ ਆਈ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਨਾ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਘੰਟੀ ਵਾਲੇ ਬਟਨ ਨੂੰ ਦਬਾ ਦੇਣਾ ਤਾਂ ਜੋ ਸਾਡੀ ਹਰ ਵੀਡੀਓ ਦੀ ਅਪਡੇਟ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਕਮੈਂਟ ਬਾਕਸ ਵਿੱਚ ਰਾਏ ਜ਼ਰੂਰ ਦੇਣਾ ਕਿ ਕਹਾਣੀ ਕਿਵੇਂ ਲੱਗੀ। ਜਲਦ ਮਿਲਦੇ ਹਾਂ ਇੱਕ ਨਵੀਂ ਕਹਾਣੀ ਵਿੱਚ। ਧੰਨਵਾਦ।